ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਪੰਜਵਾ। ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ। ਨਾਮ ਨਿਧਾਨ ਅਪਾਰ ਭਗਤਾਂ ਮਨ ਵਸੈ। ਜਨਮ ਮਰਨ ਮੋਹ ਸਾਧੂ ਸੰਗ ਨਸੈ। ਰਹਾਉ। ਮੋਹਿ ਬਾਦ ਅਹੰਕਾਰ ਸਰ ਪਰ ਰੁੰਨਿਆ। ਸੁਖ ਨਾ ਪਾਇਨ ਮੂਲ ਨਾਮ ਵਿਸੁੰਨਿਆ। ਮੇਰੀ ਮੇਰੀ ਧਾਰ ਬੰਧਨ ਬੰਧਿਆ। ਨਰਕ ਸੁਰਗ ਅਵਤਾਰ ਮਾਇਆ ਧੰਦਿਆ। ਸੋਧਤ ਸੋਧਤ ਸੋਧ ਤਤ ਵਿਚਾਰਿਆ। ਨਾਮ ਬਿਨਾ ਸੁਖ ਨਾਹਿ ਸਰ ਪਰ ਹਾਰਿਆ। ਆਵੈ ਜਾਹੇ ਅਨੇਕ ਮਰ ਮਰ ਜਨਮ ਤੇ। ਬਿਨ ਬੁਝੈ ਸਭ ਬਾਦ ਜੋਨੀ ਭਰਮ ਤੇ। ਜਿਨ ਕੋ ਭਏ ਦਿਆਲ ਤਿਨ ਸਾਧੂ ਸੰਗ ਪਿਆ। ਅੰਮ੍ਰਿਤ ਹਰਿ ਕਾ ਨਾਮ ਤਿਨੀ ਜਨੀ ਜਪ ਲਿਆ। ਖੋਜੈ ਕੋਟ ਅਸੰਖ ਬਹੁਤ ਅਨੰਤ ਕੇ। ਜਿਸ ਬੁਝਾਏ ਆਪ ਨੇੜਾ ਤਿਸ ਹੈ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ। ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹ। ਗੁਣ ਗਾਵਾ ਦਿਨ ਰਾਤ ਨਾਨਕ ਚਾਉ ਏਹ। ਪਰਮ ਸਨਮਾਨਯੋਗ ਜੁਗੋ ਜੁਗੋ ਅਟਲ ਚਵਰ ਛਤਰ ਸਿੰਘਾਸਨ ਦੇ ਮਾਲਕ, ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸ਼ਬਦ ਗੁਰੂ ਧੰਨ ਧੰਨ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ, ਜਿਨ੍ਹਾਂ ਦੀ ਮੁਬਾਰਕ ਗੋਦ ਅੰਦਰ ਜੁੜ ਬੈਠੀ ਅਤੇ ਚੈਨਲ ਮੀਡੀਆ ਦੇ ਰਾਹੀਂ ਦੇਸ਼ਾਂ ਵਿਦੇਸ਼ਾਂ ਦੇ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਨਾਲ ਸਾਂਝ ਬਣਾ ਰਹੇ ਗੁਰੂ ਪਿਆਰੇ, ਗੁਰੂ ਸਵਾਰੇ ਅਤੀ ਸਤਿਕਾਰਯੋਗ ਸਤਸੰਗੀ ਜਨੋ ਵਡਭਾਗੇ ਹਾਂ। ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਨਾਲ ਜੁੜ ਕੇ ਇਸ ਮਨੁੱਖਾ ਜੀਵਨ ਦੇ ਮਨੋਰਥ ਨੂੰ ਸਫਲਿਆਂ ਸਚਿਆਰਿਆਂ ਬਣਾਉਣ ਲਈ ਉੱਦਮ ਉਪਰਾਲੇ ਕਰ ਰਹੇ ਹਾਂ। ਸਤਿਗੁਰੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਜਿੱਥੇ ਅੱਜ ਆਪਾਂ ਸਾਰੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਬੈਠੇ ਹਾਂ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਖਸ਼ਿਸ਼ ਰਹਿਮਤ ਦੇ ਸਦਕਾ
ਇਹ ਸ਼ਬਦ ਗੁਰੂ ਮਹਾਰਾਜ ਸਾਡੇ ਨਾਲ ਸਾਂਝਾ ਕਰਦੇ ਹਨ। ਆਓ ਸਭ ਤੋਂ ਪਹਿਲਾਂ ਕਲਗੀਧਰ ਹਜ਼ੂਰ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਬਣਾਈਏ। ਕੋਈ ਵੀ ਰਸਨਾ ਵਾਂਝੀ ਨਾ ਰਵੇ। ਅਦਬ ਸਤਿਕਾਰ ਦੇ ਨਾਲ ਗੁਰੂ ਚਰਨਾਂ ਵਿੱਚ ਅਸੀਸ ਝੁਕਾਉਂਦਿਆਂ ਨਿਮਰਤਾ ਸਹਿਤ ਗੁਰੂ ਫਤਿਹ ਪ੍ਰਵਾਨੋ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਮੁੱਖ ਵਾਕ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਮਹਾਨ ਦੱਸਦਿਆਂ ਹੋਇਆਂ ਅਕਾਲ ਪੁਰਖ ਮਹਾਰਾਜ ਜੀ ਦੇ ਗੁਣਾਂ ਦੀ ਮਹਾਨਤਾ ਨੂੰ ਬਿਆਨ ਕਰਦਿਆਂ ਹੋਇਆਂ ਉਹਦੇ ਪੈਰਲਲ ਜਿਹੜੇ ਵੇਦ ਪੁਰਾਣ ਸਿਮਰਤ ਸ਼ਾਸਤਰ ਉਹਨਾਂ ਦੀ ਵਿਚਾਰਧਾਰਾ ਹੈ, ਉਸ ਵਿਚਾਰਧਾਰਾ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕ੍ਰਿਟੀਸਾਈਜ਼ ਕੀਤਾ ਹੈ, ਖੰਡਨ ਕੀਤਾ ਹੈ। ਕਿਉਂਕਿ ਧਰਮ ਗ੍ਰੰਥ ਜਿਹੜਾ ਨਾ ਉਹਦਾ ਮਤਲਬ ਆ ਮਨੁੱਖ ਦੀ ਸੁਰਤ ਨੂੰ ਉੱਚਾ ਚੁੱਕਣਾ, ਮਨੁੱਖ ਨੂੰ ਮਾਨਸਿਕ ਗੁਲਾਮੀ ਤੋਂ ਆਜ਼ਾਦ ਕਰਾਉਣਾ, ਮਨੁੱਖ ਦੇ ਜੀਵਨ ਦੇ ਭਲੇ ਦੇ ਨਾਲ ਨਾਲ ਸਮਾਜ ਦੇ ਵਿੱਚ ਆਈਆਂ ਹੋਈਆਂ ਮਾੜੀਆਂ ਪ੍ਰਕਿਰਤੀਆਂ ਨੂੰ ਖਤਮ ਕਰਕੇ ਸੱਚੇ ਸਮਾਜ ਦੀ ਸਿਰਜਣਾ ਕਰਨਾ। ਤੇ ਜੇ ਧਰਮ ਗ੍ਰੰਥੀ ਬੰਦੇ ਨੂੰ ਗੁਲਾਮ ਬਣਾਉਣ ਲੱਗ ਪਏ, ਜੇ ਧਰਮ ਸਿਮਰਤੀਆਂ ਹੀ ਬੰਦੇ ਨੂੰ ਗੁਲਾਮ ਬਣਾਉਣ ਦੀ ਕੋਸ਼ਿਸ਼ ਕਰੇ ਤੇ ਮਹਾਰਾਜ ਜੀ ਨੇ ਉਹਨਾਂ ਨੂੰ ਧਰਮ ਨਹੀਂ ਭਰਮ ਗ੍ਰੰਥੀਆਂ ਭਰਮ ਸਿਮਰਤੀਆਂ ਕਿਹਾ ਹੈ। ਗੁਰੂ ਸਾਹਿਬ ਨੇ ਤਕੜੀ ਚੋਟ ਆਪਣੀ ਬਾਣੀ ਦੇ ਵਿੱਚ ਇਹਨਾਂ ਸਿਮਰਤੀਆਂ ਤੇ ਕੀਤੀ ਹੈ। ਹੁਣ ਵੇਖੋ ਨਾ, ਕੋਈ ਚੰਗੇ ਗ੍ਰੰਥ ਜਿਹੜੇ ਸਮਾਜ ਦੇ ਵਿੱਚ ਚੰਗਿਆਈਆਂ ਪੈਦਾ ਕਰਦੇ ਹਨ। ਹੁਣ ਤੁਸੀਂ ਸਾਰੀ ਲਿਖੀ ਹੋਈ ਮਰਿਆਦਾ ਨੂੰ ਪੜ੍ਹੋ ਕਿ ਸਿਮਰਤੀਆਂ ਦੇ ਵਿੱਚ ਵਰਨ ਵੰਡ ਦੇ ਵਿੱਚ ਕਿਵੇਂ 4 ਕੈਟਾਗਰੀਆਂ ਦੇ ਵਿੱਚ ਵੰਡਿਆ ਗਿਆ। ਬੰਦੇ ਨੂੰ 4 ਹਿੱਸਿਆਂ ਵਿੱਚ ਵੰਡਿਆ ਗਿਆ। ਸਭ ਤੋਂ ਉੱਤਮ ਆ, ਇਹ ਮਾੜਾ ਵਾ। ਵੈਸ਼ ਦੀ ਕੈਟਾਗਰੀ ਹੋਰ ਆ, ਸ਼ੂਦਰ ਦੀ ਹੋਰ ਆ। ਸ਼ੂਦਰ ਦੀ ਆ ਤਿੰਨੇ ਉੱਪਰਲੇ ਜਿਹੜੇ ਵਰਨ ਆ ਉਹਨਾਂ ਦੀ ਚਾਕਰੀ ਕਰਨੀ। ਜਿਹੜੀ ਚੌਥੀ ਕੈਟਾਗਰੀ ਦਾ ਬੰਦਾ ਨਾ, ਉਹਦੇ ਬਾਰੇ ਕਿਹਾ ਗਿਆ ਕਿ ਉਹ ਹੈ ਹੀ ਮਾੜਾ। ਰੱਬ ਨੇ ਉਹਨੂੰ ਆਪਣੇ ਪੈਰਾਂ 'ਚੋਂ ਪੈਦਾ ਕੀਤਾ। ਬਾਣੀ ਕਹਿੰਦੀ ਆ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕ ਹੀ ਜੋਤ ਤੋਂ ਸਾਰੇ ਪੈਦਾ ਹੋਇਆ, ਸਾਰੇ ਹੀ ਰੱਬ ਦਾ ਰੂਪ ਹੈ। ਬਾਣੀ ਇਹ ਕਹਿੰਦੀ ਆ, ਇੱਕੋ ਜਿਹੇ ਸਾਰੇ ਆ। ਹਾਂ, ਇਹ ਗੱਲ ਹੈਗੀ ਕਿ ਬੰਦੇ ਦੇ ਕਰਮ ਚੰਗੇ ਮਾੜੇ ਹੋ ਸਕਦੇ ਆ। ਇੱਕ ਬੰਦਾ ਸੱਚ ਬੋਲਦਾ, ਕੋਈ ਬੰਦਾ ਚੋਰੀ ਜਾਰੀ ਕਰਦਾ। ਇਹ ਹੋ ਸਕਦਾ ਵੀ ਜਨਮ ਸਿੱਧ ਕੋਈ ਵੀ ਮਾੜਾ ਨਹੀਂ ਹੁੰਦਾ। ਕਰਮਾਂ ਦੇ ਨਾਲ ਬੰਦਾ ਉੱਚਾ ਨੀਵਾਂ ਹੁੰਦਾ। ਜਿਹੜੇ ਚੰਗੇ ਉਹ ਚੰਗੇ ਇਨਸਾਨ ਗਿਣੇ ਜਾਣਗੇ, ਜਿਹੜੇ ਧੱਕਾ ਕਰਦੇ ਆ, ਫਰੋਡ ਕਰਦੇ ਆ, ਉਹ ਮਾੜੇ ਬੰਦੇ ਗਿਣੇ ਜਾਣਗੇ। ਫਿਰ ਉਸ ਬੰਦੇ ਬਾਰੇ ਇਹ ਕਿਹਾ ਜਾਣਾ ਕਿ ਇਹ ਬੰਦਾ ਧਰਮ ਗ੍ਰੰਥ ਪੜ੍ਹ ਨਹੀਂ ਸਕਦਾ, ਧਰਮ ਅਸਥਾਨ 'ਤੇ ਜਾ ਨਹੀਂ ਸਕਦਾ, ਧਰਮ ਗ੍ਰੰਥਾਂ ਦਾ ਪਾਠ ਸੁਣ ਨਹੀਂ ਸਕਦਾ। ਉਹਦਾ ਕੰਮ ਕੀ ਆ? ਉਹਦਾ ਕੰਮ ਆ ਜਦੋਂ ਵੇਖੇ ਕਿ ਬ੍ਰਾਹਮਣ ਆ ਰਿਹਾ, ਸ਼ੂਦਰ ਆਪਣਾ ਮੂੰਹ ਖੁੱਲ੍ਹਾ ਰੱਖੇ, ਜੇ ਬ੍ਰਾਹਮਣ ਨੂੰ ਥੁੱਕਣ ਦੀ ਲੋੜ ਪਵੇ ਤਾਂ ਉਹਦੇ ਮੂੰਹ 'ਚ ਥੁੱਕ ਸਕੇ। ਹੁਣ ਐਸੇ ਧਰਮ ਗ੍ਰੰਥਾਂ ਨੂੰ ਮਹਾਰਾਜ ਨੇ ਆੜੇ ਹੱਥੀਂ ਲਿਆ। ਕੀ ਆਖਿਆ ਮਹਾਰਾਜ ਨੇ? ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾ ਬਿਨਾ ਸਭ ਕੂੜ ਗੱਲ ਹੀ ਹੋਛੀਆਂ। ਅਸੀਂ ਕਈ ਵਾਰ ਇਹਦਾ ਅਰਥ ਕਰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੇ ਸਿਮਰਤ ਵੇਦ ਪੁਰਾਣ ਆ ਨਾ, ਇਹ ਰੱਬ ਦੇ ਨਾਂ ਨੂੰ ਪੁਕਾਰ ਆ। ਨਹੀਂ, ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੀ ਸਟੇਟਮੈਂਟ ਦੇ ਰਹੇ ਆ ਕਿ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ। ਜਿਹੜੇ ਲੋਕ ਇਹਨਾਂ ਨੂੰ ਪੁਕਾਰਦੇ ਆ ਨਾ, ਸਿਮਰਤੀਆਂ ਨੂੰ, ਵੇਦਾਂ ਨੂੰ, ਸ਼ਾਸਤਰਾਂ ਨੂੰ ਪੜ੍ਹਦੇ ਆ ਤੇ ਵਿਚਾਰਦੇ ਆ ਨਾ, ਉਹਨਾਂ ਨੂੰ ਆਖਿਆ ਕਿ ਨਾਮ ਬਿਨਾ ਸਭ ਕੂੜ। ਇਹ ਜਿੰਨੀਆਂ ਵੀ ਸਿਮਰਤੀਆਂ, ਵੇਦ ਪੁਰਾਣ ਤੇ ਸ਼ਾਸਤਰ ਆ ਨਾ, ਇਹ ਸਭ ਕੂੜ ਦਾ ਪਲਾਂਦਾ, ਝੂਠ ਆ। ਕੂੜ ਤੋਂ ਵੱਧ ਕੇ ਕੁੱਖ ਨਹੀਂ ਹੈਗਾ ਇਹਨਾਂ ਦੇ ਵਿੱਚ। ਬੰਦੇ ਨੂੰ ਕਿਵੇਂ ਗੁਲਾਮ ਬਣਾਇਆ ਜਾਏ, ਉਹ ਇਹਨਾਂ ਵਿੱਚ ਲਿਖਿਆ ਹੋਇਆ, ਸਿਮਰਤੀਆਂ ਤੇ ਸ਼ਾਸਤਰਾਂ ਵਿੱਚ।
ਬੰਦੇ ਨੂੰ ਚਾਰ ਧੜਿਆਂ ਦੇ ਵਿੱਚ ਕਿਵੇਂ ਵੰਡਿਆ ਜਾਵੇ, ਕਿਸੇ ਨੇ ਸਿੱਖਣਾ ਹੋਵੇ ਨਾ ਇਹਨਾਂ ਤੋਂ ਸਿੱਖੋ। ਬੰਦੇ ਨੂੰ ਸਮਾਜਿਕ ਪਰੰਪਰਾਵਾਂ ਵਿੱਚ ਕਿਵੇਂ ਬੰਨਿਆ ਜਾਵੇ, ਉਹ ਕੋਈ ਇਹਨਾਂ ਕੋਲ ਆਣ ਕੇ ਸਿੱਖੇ। ਅਜੀਬ ਕਿਸਮ ਦੇ ਬੰਧਨ ਜਨਮ ਤੋਂ ਲੈ ਕੇ ਮਰਨ ਤੱਕ ਦੇ ਜਿਹੜੇ ਬੰਧਨ ਆ ਉਹ ਮਨੁੱਖ ਨੂੰ ਪਾਏ ਨੇ ਇਹਨਾਂ ਸਿਮਰਤੀਆਂ ਨੇ। ਬੱਚੇ ਦਾ ਜਨਮ ਹੋਵੇ ਤੇ ਆ ਕਰੋ, ਵੱਡਾ ਹੋਵੇ ਤੇ ਆ ਕਰੋ, ਮਰ ਜਾਏ ਤੇ ਆ ਕਰੋ, ਸਵਰਗਾਂ ਦੇ ਵਿੱਚ ਛੱਡ ਕੇ ਆਉਣਾ ਤੇ ਆ ਕਰੋ। ਦੁਨੀਆ ਭਰ ਦੇ ਅਜੀਬ ਕਿਸਮ ਦੇ ਬੰਧਨ ਜਿਹੜੇ ਆ ਉਹ ਪਾਏ ਹੋਏ ਆ। ਕਿਸੇ ਪੁਜਾਰੀ ਨੂੰ ਆਖਿਆ ਕਿ ਜੇ ਬੰਦੇ ਨੂੰ ਮੁਕਤ ਕਰਨਾ ਹੋਵੇ ਤਾਂ ਮੁਕਤੀ ਦਾ ਹੱਲ ਕੀ ਆ? ਉਹਨੇ ਪਤਾ ਕੀ ਆਖਿਆ? ਉਹਨੇ ਕਿਹਾ ਕਿ ਬੰਦੇ ਦੀ ਡੈਥ ਹੋਣ ਤੋਂ ਪਹਿਲਾਂ ਸਾਡੇ ਕੋਲ ਲੈ ਆਓ। ਉਹ ਕਹਿਣ ਲੱਗਾ ਕਿ ਜ਼ਿੰਦਗੀ ਦਾ ਕੀ ਭਰੋਸਾ, ਕਿ ਤੁਸੀਂ ਕਹਿੰਦੇ ਹੋ ਕਿ ਇੱਕ ਦਿਨ ਪਹਿਲਾਂ ਲੈ ਆਓ। ਜ਼ਿੰਦਗੀ ਦਾ ਕੀ ਭਰੋਸਾ ਕਿ ਕਦੋਂ ਮੌਤ ਆ ਜਾਣੀ ਹੈ। ਉਹ ਕਹਿੰਦੇ ਚਲ ਵੀ ਇੱਦਾਂ ਕਰੋ, ਇੱਦਾਂ ਨਹੀਂ ਕਰ ਸਕਦੇ, ਜਦੋਂ ਡੈਥ ਹੋ ਜਾਂਦਾ ਡੈਥ ਬੋਡੀ ਸਾਡੇ ਕੋਲ ਲੈ ਆਇਓ, ਅਸੀਂ ਉਹਨੂੰ ਮੁਕਤ ਕਰ ਦਾਂਗੇ। ਉਹ ਕਹਿਣ ਲੱਗੇ ਕਿ ਸਾਧਨ ਇੰਨੇ ਹੈ ਨਹੀਂ ਆ, ਮਹੀਨਿਆਂ ਬਾਅਦ ਜਗਨਨਾਥਪੁਰੀ ਪਹੁੰਚਿਆ ਜਾਊਗਾ, ਹਰਿਦੁਆਰ, ਇਹ ਜਿਹੜੇ ਪਵਿੱਤਰ ਨਗਰੀਆਂ ਚਾਰ ਧਾਮ ਜਿਹੜੇ ਹੈ ਨਾ, ਐਡੀ ਦੂਰ ਡੈਡ ਬੋਡੀ ਕਿਵੇਂ ਲੈ ਕੇ ਜਾਵਾਂਗੇ। ਚਲੋ ਇੱਦਾਂ ਤਾਂ ਕਰ ਸਕਦੇ ਹਾਂ ਨਾ, ਚਲੋ ਜੇ ਡੈਡ ਬੋਡੀ ਨਹੀਂ ਲੈ ਕੇ ਆ ਸਕਦੇ ਤਾਂ ਉਹਦਾ ਅੰਤਮ ਸੰਸਕਾਰ ਉੱਥੇ ਕਰ ਦਿਓ ਅਤੇ ਅਸਥੀਆਂ ਜਿਹੜੀਆਂ ਨੂੰ ਲੋਟੇ 'ਚ ਪਾ ਕੇ ਸਾਡੇ ਕੋਲ ਲਿਆਓ। ਅਤੇ ਨਾਲ ਹੀ ਚੌਥਾ ਆਪਸ਼ਨ ਦੇ ਦਿੱਤਾ, ਜੇ ਇਹਨਾਂ ਵੀ ਨਹੀਂ ਨਾ ਕਰ ਸਕਦੇ ਤਾਂ ਘੱਟੋ ਘੱਟ ਸਾਡੇ ਕੋਲੋਂ ਉਹਦਾ ਅੰਤਮ ਕਿਰਿਆ ਜਿਹੜਾ ਉਹ ਤਾਂ ਕਰਾ ਸਕਦੇ ਉਹਨਾਂ ਸਾਡੇ ਕੋਲੋਂ ਪੈਸੇ ਦੇ ਕੇ। ਯਾਨੀ ਕਿ ਤੁਹਾਨੂੰ ਕੋਈ ਵੀ ਆਪਸ਼ਨ ਨਹੀਂ ਦਿੱਤਾ ਬਚਣ ਦਾ, ਸਾਰੇ ਆਪਸ਼ਨ ਉਹਨਾਂ ਦੇ ਹੱਥ ਵਿੱਚ। ਕਿਸੇ ਵੀ ਤਰੀਕੇ ਨਾਲ ਤੁਸੀਂ ਪੁਜਾਰੀ ਕੋਲੋਂ ਬਚ ਨਹੀਂ ਸਕਦੇ। ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਇਹ ਕਹਿੰਦੀ ਆ ਕਿ ਇਹ ਡੈੱਡ ਬੋਡੀ ਆ, ਇਹਨੂੰ ਭਾਵੇਂ ਜਲ ਪ੍ਰਵਾਹ ਕਰ ਦਿਓ, ਇਹਦਾ ਭਾਵੇਂ ਅੰਤਮ ਸੰਸਕਾਰ ਕਰ ਦਿਓ, ਇਹਨੂੰ ਭਾਵੇਂ ਮਿੱਟੀ 'ਚ ਦਫਨਾ ਦਿਓ। ਸਮਾਂ ਵੇਖੋ ਕਿਸ ਤਰ੍ਹਾਂ ਦਾ, ਲੱਕੜਾਂ ਹੈਗੀਆਂ ਤਾਂ ਸੰਸਕਾਰ ਕਰ ਦਿਓ, ਜੇ ਨਹੀਂ ਹੈਗੀਆਂ ਤਾਂ ਪਾਣੀ 'ਚ ਰੋੜ ਦਿਓ, ਨਹੀਂ ਤਾਂ ਕੁਛ ਤਾਂ ਦਫਨਾ ਦਿਓ ਜ਼ਮੀਨ ਦੇ ਵਿੱਚ। ਮਿੱਟੀ ਹੈ ਜਿਵੇਂ ਮਰਜ਼ੀ ਸੰਭਾਲ ਲਓ, ਇਹਨੂੰ ਕੋਈ ਫਰਕ ਨਹੀਂ ਪੈਣਾ। ਇਹ ਵੀ ਫਰਕ ਨਹੀਂ ਪੈਣਾ ਕਿ ਸੰਸਕਾਰ ਕਿੱਥੇ ਕਰੀਏ, ਸਾਰੀ ਜਗ੍ਹਾ ਇੱਕੋ ਜਿਹੀ ਆ। ਇਹ ਜਿਹੜੀ ਗੱਲ ਆ ਨਾ, ਇਹ ਗੁਲਾਮੀ ਤੋਂ ਬਾਹਰ ਕੱਢਦੀ ਆ ਕਿ ਸਾਰੀ ਜਗ੍ਹਾ ਇੱਕੋ ਜਿਹੀ ਆ। ਹੁਣ ਰਹਿਤ ਮਰਿਆਦਾ ਨੂੰ ਪੜ੍ਹੋ, ਉਹ 'ਚ ਕੀ ਲਿਖਿਆ ਹੋਇਆ ਕਿ ਮ੍ਰਿਤਕ ਪ੍ਰਾਣੀ ਦੀਆਂ ਅਸਥੀਆਂ ਜ਼ਰੂਰੀ ਨਹੀਂ ਕਿ ਸਿੱਖਾਂ ਦੀਆਂ ਜਿਹੜੀਆਂ ਬਣਾਏ ਹੋਏ ਸਥਾਨ ਉਹਨਾਂ 'ਤੇ ਜਾਂ ਹਰਿਦੁਆਰ ਹਿੰਦੂਆਂ ਦੇ ਸਥਾਨ 'ਤੇ ਪਾਈਆਂ ਜਾਣ। ਤੁਹਾਡੇ ਲਾਗੇ ਕੋਈ ਨਦੀ ਵਹਿ ਰਹੀ ਹੈ, ਕੋਈ ਨਾਲਾ ਵਾ, ਉਹਦੇ ਵਿੱਚ ਸੁੱਟ ਦਿਓ, ਉਹਦੀ ਮਿੱਟੀ ਦੀ ਸੰਭਾਲ ਕਰਨ ਦੀ ਜਿਵੇਂ ਮਰਜ਼ੀ ਕਰੋ, ਉਹਨਾਂ ਕੀ ਫਰਕ ਪੈਂਦਾ। ਇਹ ਸਿਰਫ ਕਾਢ ਆ ਬਿਜ਼ਨਸ ਮਾਈਂਡਡ ਲੋਕਾਂ ਦੀ। ਲੋਕ ਇੱਥੇ ਲੈ ਕੇ ਆਉਣਗੇ, ਸਾਨੂੰ ਦਾਨ ਦਕਸ਼ਨਾ ਦੇਣਗੇ। ਇੱਦਾਂ ਹੀ ਹਰਿਦੁਆਰ ਆ ਅਤੇ ਇੱਦਾਂ ਹੀ ਸਿੱਖਾਂ ਦਾ ਸਥਾਨ ਕੀਰਤਪੁਰ ਸਾਹਿਬ ਆ, ਉਹ ਆਪਣਾ ਬਿਜ਼ਨਸ ਚਲਾ ਰਹੇ ਆ ਜਾਂ ਆਪਣਾ ਬਿਜ਼ਨਸ ਚਲਾ ਰਹੇ ਆ, ਦੋਵੇਂ ਆਪਾਂ ਕੰਮ ਕਰ ਰਹੇ। ਪਰ ਬਾਣੀ ਦੇ ਵਿੱਚ ਅਤੇ ਮਰਿਆਦਾ ਦੇ ਵਿੱਚ ਲਿਖਿਆ ਕਿ ਸਿੱਖ ਨੇ ਇਹਨਾਂ ਕਰਮ ਕਾਂਡਾਂ ਅਤੇ ਬੰਧਨਾਂ ਤੋਂ ਆਜ਼ਾਦ ਹੋਣਾ, ਕਿਸੇ ਚੀਜ਼ ਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਆਜ਼ਾਦੀ ਸਾਨੂੰ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਮਾਨਸਿਕ ਗੁਲਾਮੀ 'ਚੋਂ ਬਾਹਰ ਕੱਢਿਆ, ਸਾਨੂੰ ਨਿੱਕਿਆਂ ਭਰਮ ਭੁਲੇਖਿਆਂ ਦੇ ਵਿੱਚੋਂ ਨਾ ਬਾਹਰ ਕੱਢਿਆ। ਪੰਡਿਤ ਨੇ ਦਿਨ ਮੁਕੱਰਰ ਕੀਤਾ ਕਿ ਬੱਚੇ ਨੂੰ ਜਨਮ ਦੇਣ ਤੋਂ 40 ਸਾਲ ਬਾਅਦ ਔਰਤ ਜਿਹੜੀ ਆ ਉਹ ਧਰਮ ਸਥਾਨ 'ਤੇ ਜਾ ਸਕਦੀ ਆ। ਪਰ ਸਿੱਖ ਰਹਿਤ ਮਰਿਆਦਾ ਕਹਿੰਦੀ ਹੈ, ਸਿੱਖ ਰਹਿਤ ਮਰਿਆਦਾ ਜਿਹੜੀ ਉਹ ਕਹਿੰਦੀ ਆ ਕਿ ਬੱਚੇ ਦੀ ਮਾਂ ਬੱਚੇ ਨੂੰ ਜਦੋਂ ਫੀਲ ਕਰੇ ਨਾ ਕਿ ਮੈਂ ਠੀਕ ਹਾਂ, ਮੈਂ ਤੁਰ ਫਿਰ ਸਕਦੀ ਹਾਂ, ਉਹ ਜਾ ਸਕਦੀ ਹੈ। ਦੈਟਸ ਇਟ। ਇਸ ਤੋਂ ਵੱਧ ਕੋਈ ਹੁਕਮ ਨਹੀਂ ਹੈਗਾ। 40 ਦਿਨ ਕਿਉਂ, 41 ਕਿਉਂ ਨਹੀਂ, ਅਤੇ 39 ਕਿਉਂ ਨਹੀਂ, 38 ਕਿਉਂ ਨਹੀਂ, 40 ਕਿਉਂ ਨਹੀਂ। 40 ਦੀ ਇੱਥੇ ਸਪਸ਼ਟ ਗੱਲ ਆ ਕਿ ਅਗਲੇ ਬੰਦੇ 'ਤੇ ਛੱਡੋ, ਉਹਨੂੰ ਆਪਸ਼ਨ ਦਿਓ। ਤੈਨੂੰ ਜਿਵੇਂ ਲੱਗੇ ਨਾ ਮੈਂ ਫਾਲਟ ਮੈਂ ਜਾ ਸਕਦਾ, ਤੁਸੀਂ ਜਾ ਸਕਦੇ ਹੋ। ਕਿਸੇ ਚੀਜ਼ ਨੂੰ ਲੈ ਕੇ ਭੁਲੇਖਾ ਨਹੀਂ। ਅਸਲ 'ਚ ਨਾ ਇਹ ਭੁਲੇਖੇ ਸਾਡੇ ਵਿੱਚ ਵੀ ਆ ਗਏ। ਅੰਤਮ ਅਰਦਾਸ ਤੋਂ ਬਾਅਦ 10ਵਾਂ ਕਰਨਾ ਜਾਂ 17ਵਾਂ ਕਰਨਾ ਜਾਂ 13ਵਾਂ ਕਰਨਾ, 21ਵਾਂ ਕਰਨਾ, 10ਵਾਂ ਹੀ ਕਿਉਂ, 8ਵਾਂ ਕਿਉਂ ਨਹੀਂ, 12ਵਾਂ ਕਿਉਂ ਨਹੀਂ, 10ਵੇਂ ਦਿਨ ਹੀ ਭੋਗ ਕਿਉਂ ਪਾਇਆ ਜਾਏ, ਚੌਥੇ ਦਿਨ ਕਿਉਂ ਨਹੀਂ ਭੋਗ ਪੈ ਸਕਦਾ, 5ਵੇਂ ਦਿਨ ਕਿਉਂ ਨਹੀਂ ਪੈ ਸਕਦਾ। ਇਹ ਪਰਿਵਾਰ ਦੇ ਜੀਆਂ ਨੇ ਵੇਖਣਾ ਕਿ ਸਾਨੂੰ ਸਹੂਲਤ ਕਿੱਥੇ ਕਿੱਥੇ ਆ। ਸਾਨੂੰ ਜੇ ਲੱਗਦਾ ਕਿ ਅਸੀਂ ਚੌਥੇ 'ਤੇ ਭੋਗ ਪਾ ਦਿਓ, ਰਿਸ਼ਤੇਦਾਰ ਦੂਰੋਂ ਆਏ ਆ, ਅਸੀਂ ਚੌਥੇ 'ਤੇ ਨਾਲੇ ਫੁੱਲਾਂ ਦੀ ਸੰਭਾਲ ਕਰ ਲਾਂਗੇ ਤਾਂ ਨਾਲੇ ਭੋਗ ਪਾ ਦਾਂਗੇ, ਇੱਕੋ ਦਿਨ ਹੀ ਸਾਰਾ ਕੁਛ ਹੋ ਜਾਊਗਾ। ਇਹ ਪ੍ਰੋਬਲਮ ਸਾਡੇ ਵਿੱਚ ਵੀ ਹੈ ਅਤੇ ਬਾਕੀ ਮਜ਼ਹਬਾਂ ਦੇ ਵਿੱਚ ਵੀ ਹੈਗੀ ਆ, ਇਸਲਾਮ ਦੇ ਵਿੱਚ ਵੀ, ਕ੍ਰਿਸਚਨ ਵਿੱਚ ਵੀ, ਸਾਰਿਆਂ ਦੇ ਵਿੱਚ ਹੀ ਆ ਪ੍ਰੋਬਲਮ ਹੈਗੀ, ਸਾਰੇ ਧਰਮਾਂ 'ਚ ਹੀ। ਇਸ ਨੂੰ ਗੁਰਬਾਣੀ ਨੇ ਆਖਿਆ ਕਿ ਬੰਦਿਆ ਸਾਰੀ ਉਮਰ ਪਸ਼ੂਆਂ ਵਾਂਗੂ ਗੁਲਾਮ ਰਹਿ ਕੇ ਕੱਢੇਗਾ। ਅਕਾਲ ਪੁਰਖ ਵਾਹਿਗੁਰੂ ਸਾਰੀਆਂ ਥਾਵਾਂ 'ਤੇ ਆ,
ਰੱਬ ਦੇ ਬਣਾਏ ਹੋਏ ਸਾਰੇ ਬੰਦੇ ਇੱਕੋ ਜਿਹੇ ਆ, ਕਿਸੇ ਨਾਲ ਭਾਵ ਭੇਦ ਵਿਤਕਰਾ ਕਰਨ ਦੀ ਲੋੜ ਨਹੀਂ, ਜੀਵਨ ਨੂੰ ਸੋਹਣੇ ਤਰੀਕੇ ਨਾਲ ਬਤੀਤ ਕਰ। ਇਸ ਕਰਕੇ ਸਤਿਗੁਰ ਨੇ ਰਹਾਉ ਦੇ ਬੰਦ ਵਿੱਚ ਆਖਿਆ, ਨਾਮ ਨਿਧਾਨ ਅਪਾਰ ਭਗਤਾਂ ਮਨ ਵਸੇ, ਜਨਮ ਮਰਨ ਦੁੱਖ ਸਾਧੂ ਸੰਗ ਨਸੇ। ਅਕਾਲ ਪੁਰਖ ਵਾਹਿਗੁਰੂ ਦਾ ਨਾਮ ਦਾ ਅਰਥ ਕੀ ਆ? ਉਹਦੀ ਹੋਂਦ, ਉਹਦੇ ਗੁਣ ਜਿਹੜੇ ਆ ਨਾ ਸਾਡੇ ਜੀਵਨ ਵਿੱਚ ਜਦੋਂ ਵਸ ਜਾਂਦੇ ਆ, ਭਗਤਾਂ ਦੇ ਮਨ ਵਿੱਚ ਵਸ ਜਾਂਦੇ ਆ, ਜਦੋਂ ਸਤਿਗੁਰੂ ਜੀ ਕੀ ਕਹਿੰਦੇ ਆ, ਜੰਮਣ ਤੇ ਮਰਨ ਦੇ ਦੁੱਖ ਜਿਹੜੇ ਆ ਨਾ ਗੁਰੂ ਦੀ ਸੰਗਤ ਵਿੱਚ ਰਹਿ ਕੇ ਖਤਮ ਹੋ ਜਾਂਦੇ ਆ, ਨਾਸ ਹੋ ਜਾਂਦੇ ਆ। ਇਹ ਸਭ ਤੋਂ ਵੱਡਾ ਦੁੱਖ ਆ ਜੰਮਣ ਤੇ ਮਰਨ ਦਾ। ਕਿਸੇ ਵੱਲ ਵੇਖ ਕੇ ਜਨਮਾ, ਕਿਸੇ ਵੱਲ ਵੇਖ ਕੇ ਮਰਨਾ। ਜਦੋਂ ਇਹਨੂੰ ਅਸੀਂ ਮਨ ਦੇ ਪੱਧਰ ਤੇ ਵਿਚਾਰਦੇ ਹਾਂ ਨਾ, ਸਤਿਗੁਰ ਸੱਚੇ ਪਾਤਸ਼ਾਹ ਜੀ ਬਾਣੀ ਦੇ ਵਿੱਚ ਕਹਿੰਦੇ ਨੇ, ਜਦੋਂ ਅਸੀਂ ਧਰਮ ਸਥਾਨ ਤੇ ਬਹਿੰਦੇ ਹਾਂ ਨਾ, ਚੰਗੇ ਬੰਦੇ ਦੀ ਸੰਗਤ ਕਰਦੇ ਹਾਂ, ਉਦੋਂ ਸਾਡੇ ਮਨ ਦੇ ਵਿੱਚ ਚੰਗੇ ਖਿਆਲ ਦਾ ਪੈਦਾ ਹੋਣਾ ਇੱਕ ਜਨਮ ਆ। ਚੰਗੀ ਸੰਗਤ ਵਿੱਚ ਬੈਠੇ ਚੰਗੇ ਖਿਆਲ ਸਾਡੇ ਮਨ ਵਿੱਚ ਆ, ਇੱਕ ਜਨਮ ਆ। ਫਿਰ ਜਦੋਂ ਅਸੀਂ ਮਾੜੀ ਸੰਗਤ ਵਿੱਚ ਬੈਠੇ, ਮਾੜਾ ਵਿਹਾਰ ਕੀਤਾ, ਨੈਗੇਟਿਵਿਟੀ ਸਾਡੇ ਵਿੱਚ ਆਈ, ਇਹ ਸਾਡੀ ਮੌਤ ਆ। ਇਹ ਸਭ ਤੋਂ ਵੱਡਾ ਦੁੱਖ ਆ, ਵਾਰ-ਵਾਰ ਜੰਮਣਾ ਤੇ ਵਾਰ-ਵਾਰ ਮਰਦੇ ਰਹਿਣਾ, ਕਿਰਿਆਸ਼ੀਲ ਰਹਿਣਾ। ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੁੱਖ ਤੋਂ ਗੁਰੂ ਪਰਮੇਸ਼ਰ ਦੀ ਬਾਣੀ ਹੀ ਸਾਨੂੰ ਬਚਾ ਸਕਦੀ ਹੈ। ਬਾਣੀ ਤੋਂ ਬਿਨਾਂ ਸਾਨੂੰ ਕੋਈ ਬਚਾ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਸਾਨੂੰ ਮਹਾਰਾਜ ਕਹਿੰਦੇ ਆ ਕਿ ਸੰਸਾਰ ਦੇ ਵਿੱਚ ਹਰ ਇੱਕ ਚੀਜ਼ ਜਿਹੜੀ ਆ ਉਹ ਨਾਸਵਾਨ ਆ, ਦ੍ਰਿਸ਼ਟਵਾਨ ਆ, ਸਗਲ ਜਿਹੜੀ ਚੀਜ਼ ਆ ਉਹ ਸਾਰੀ ਨਾਸਵਾਨ ਆ। ਗੁਰੂ ਜੀ ਕੀ ਕਹਿੰਦੇ ਨੇ, ਜੈਸੇ ਜਲ ਤੇ ਬੁਰਬਦਾ ਉਪਜੇ ਬਿਨਸੇ ਨੀਤ, ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਜਿਹੜੀ ਆ ਨਾ ਸਾਰੀ, ਉਹ ਸਾਰੀ ਇਸੇ ਪੱਖ ਤੇ ਮਹਾਰਾਜ ਨੇ ਉਚਾਰਨ ਕੀਤੀ ਆ। ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਗੱਲ ਨਹੀਂ ਕਹਿੰਦੇ ਵਾਰ-ਵਾਰ ਕਿ ਤੂੰ ਢੈਂਦੀ ਕਲਾ ਦੇ ਵਿੱਚ ਚਲਾ ਜਾ ਜਾਂ ਸੰਸਾਰ ਦੇ ਵਿੱਚ ਨਾਸ ਹੋ ਜਾਏਗਾ। ਸਾਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਜੀਵਨ ਦੀ ਰਿਐਲਿਟੀ ਤੋਂ, ਸੱਚਾਈ ਤੋਂ ਅਵਗਤ ਕਰਾਉਂਦੇ ਨੇ ਕਿ ਸੱਚਾਈ ਕੀ ਆ। ਹੁਣ ਭਾਈ ਸਾਹਿਬ ਸ਼ਬਦ ਪਾ ਰਹੇ ਸੀ ਨਾ, ਰੇ ਨਰ ਇਹ ਸਾਚੀ ਜੀ ਧਾਰ, ਸਗਲ ਜਗਤ ਜੈਸੇ ਸੁਪਨਾ, ਬਿਨਸ ਲਗਤ ਨਾ ਬਾਰ। ਸੰਸਾਰ ਕੀ ਹੈ? ਸੁਪਨਾ। ਸੁਪਨਾ ਹੀ ਹੈ ਨਾ। ਸੁਪਨੇ ਬਾਰੇ ਖੋਜਕਾਰਾਂ ਨੇ ਅਰਥ ਕਰਦਿਆਂ ਖੋਜਕਾਰਾਂ ਨੇ ਨਾ ਲਿਖਿਆ ਕਿ ਸੁਪਨਾ ਕਿਹਨੂੰ ਕਹਿੰਦੇ ਨੇ। ਉਹ ਕਹਿੰਦੇ ਜੀਵਨ ਦੀਆਂ ਦੋ ਅਵਸਥਾਵਾਂ ਹੁੰਦੀਆਂ, ਇੱਕ ਸੁਚੇਤ ਮਨ, ਹੁਣ ਅਸੀਂ ਸੁਣ ਰਹੇ ਹਾਂ, ਮੈਂ ਬੋਲ ਰਿਹਾ, ਤੁਸੀਂ ਬੈਠੇ ਹੋ, ਅਸੀਂ ਵੇਖ ਵੀ ਰਹੇ ਹਾਂ, ਮਹਿਸੂਸ ਕਰ ਰਹੇ ਹਾਂ। ਇਹ ਕੀ ਆ? ਸੁਚੇਤ ਮਨ। ਸਾਰਾ ਕੁਛ ਸਾਡੇ ਸਾਹਮਣੇ ਪ੍ਰੈਕਟੀਕਲ ਹੋ ਰਿਹਾ, ਯਾਨੀ ਕਿ ਅਸੀਂ ਪੂਰੇ ਐਕਟਿਵ ਹਾਂ। ਇਹ ਕੀ ਹੈ? ਪਹਿਲੀ ਹਾਲਤ। ਦੂਜੀ ਹਾਲਤ ਕੀ ਆ? ਜਦੋਂ ਅਸੀਂ ਬਿਲਕੁਲ ਗੂੜੀ ਨੀਂਦ ਵਿੱਚ ਹੁੰਦੇ ਹਾਂ। ਇਹ ਕੀ ਆ? ਬਿਲਕੁਲ ਐਕਟਿਵ ਆ। ਦੂਜਾ ਕੀ ਆ? ਅਸੀਂ ਗੂੜੀ ਨੀਂਦ ਵਿੱਚ। ਦੋਵਾਂ ਹਾਲਾਤਾਂ ਦੇ ਵਿੱਚ ਬੰਦੇ ਨੂੰ ਸੁਪਨਾ ਨਹੀਂ ਆਉਂਦਾ, ਨਾ ਤਾਂ ਨੀਂਦ ਵਿੱਚ ਆਉਂਦਾ ਅਤੇ ਨਾ ਹੀ ਜਾਗਣ ਦੀ ਹਾਲਤ ਵਿੱਚ ਆਉਂਦਾ। ਸੁਪਨਾ ਸਾਨੂੰ ਕੇਵਲ ਉਦੋਂ ਆਉਂਦਾ ਜਦੋਂ ਅਸੀਂ ਫਿਜ਼ੀਕਲ ਬਿਲਕੁਲ ਨਿਢਾਲ ਹੋ ਜਾਂਦੇ ਹਾਂ, ਸਾਡਾ ਸਰੀਰ ਢਿੱਲਾ ਪਿਆ ਹੁੰਦਾ, ਸਾਡੀਆਂ ਅੱਖਾਂ ਬੰਦ ਹੁੰਦੀਆਂ, ਪਰ ਸਾਨੂੰ ਨੀਂਦ ਨਹੀਂ ਆਈ ਹੁੰਦੀ ਅਜੇ। ਉਹਨੂੰ ਡਾਕਟਰ ਸਾਹਿਬ ਸਿੰਘ ਨੇ ਆਖਿਆ ਇਹ ਜਿਹੜੀ ਹਾਲਤ ਆ ਨਾ, ਇਹ ਬਿਲਕੁਲ ਧਿਆਨ ਨਹੀਂ ਹੈਗਾ ਸਾਡਾ ਉਹਦੇ ਵਿੱਚ। ਉਸ ਲੈਵਲ ਦੇ ਵਿੱਚ ਆਣ ਕੇ ਨਾ, ਜੇ ਕੋਈ ਸਾਡੇ ਨਾਲ ਗੱਲ ਕਰ ਲਏ ਤਾਂ ਸਾਨੂੰ ਮਰਦੇ ਦਮ ਤੱਕ ਗੱਲ ਭੁੱਲ ਨਹੀਂ ਸਕਦੀ ਉਹ ਗੱਲ। ਉਹਨੂੰ ਜਾਗੋ ਮਿੱਟੀ ਹਾਲਤ ਕਹਿੰਦੇ ਨੇ। ਉਦੋਂ ਦਿਮਾਗ ਸਾਡਾ ਬਿਲਕੁਲ ਐਕਟਿਵ ਹੁੰਦਾ ਅਤੇ ਸਰੀਰ ਡੈਡ ਹੁੰਦਾ। ਸਾਨੂੰ ਉਸ ਪੱਧਰ 'ਤੇ ਜਾ ਕੇ ਫਿਰ ਸੁਪਨਾ ਆਉਂਦਾ। ਖੋਜਕਾਰਾਂ ਨੇ ਸੁਪਨੇ ਦਾ ਅਰਥ ਕਰਦਿਆਂ ਇਹ ਗੱਲ ਇਸ ਕਰਕੇ ਆਖੀ ਆ ਕਿ ਅਸੀਂ ਬਹੁਤਾ ਲੰਮਾ ਸਮਾਂ ਜਾਂ ਤਾਂ ਐਕਟਿਵ ਹੁੰਦੇ ਹਾਂ ਜਾਂ ਬਹੁਤਾ ਲੰਮਾ ਸਮਾਂ ਅਸੀਂ ਗੂੜੀ ਨੀਂਦ ਵਿੱਚ ਹੁੰਦੇ ਹਾਂ। ਸੁਪਨਾ ਸਾਨੂੰ ਬਹੁਤ ਛੋਟੀ ਜਿਹੀ ਅਵਸਥਾ ਵਿੱਚ ਆਉਂਦਾ। ਜਾਗੋ ਮਿੱਟੀ ਹਾਲਤ ਜਿਹੜੀ ਉਹ ਬਹੁਤ ਲੰਮੀ ਨਹੀਂ ਹੁੰਦੀ। ਅਸੀਂ ਸੌਣ ਵਾਸਤੇ ਮੰਜੇ 'ਤੇ ਸੁੱਤੇ ਪਰ ਨੀਂਦ ਨਹੀਂ ਆਈ, ਉਨੀ ਦੇਰ ਤੱਕ ਸੁਪਨਾ ਆਉਣਾ, ਫਿਰ ਸੁਪਨਾ ਨਹੀਂ ਆ ਸਕਦਾ। ਹੁਣ ਵੇਖੋ ਹਾਲਤ ਕਿੰਨੀ ਕੁ ਲੰਮੀ ਹੋ ਸਕਦੀ ਹੈ। ਮਹਾਰਾਜ ਨੇ ਆਖਿਆ ਇਹਨੂੰ ਕਿ ਸਗਲ ਜਗਤ ਹੈ ਜੈਸੇ ਸੁਪਨਾ, ਬਿਨਸਤ ਲਗਤ ਨਾ ਬਾਰ। ਇਹ ਸਮਝੋ ਕਿ ਅਸੀਂ ਸੰਸਾਰ ਦੇ ਵਿੱਚ ਸੁਪਨਾ ਹੀ ਵੇਖ ਰਹੇ ਹਾਂ। ਸੁਪਨੇ ਦੀ ਬੁਨਿਆਦ ਕਿੰਨੀ ਕੁ? ਸਾਡੀ ਅੱਖ ਖੁੱਲ੍ਹ ਗਈ, ਸੁਪਨਾ ਟੁੱਟ ਗਿਆ। ਜਦੋਂ ਅਸੀਂ ਅਵੇਅਰ ਹੋ ਗਏ, ਜਿਹੜਾ ਸੁਪਨਾ ਅਸੀਂ ਵੇਖ ਰਹੇ ਸੀ ਦੁਨੀਆ ਦੇ ਪਦਾਰਥਾਂ ਦਾ, ਇਹ ਟੁੱਟ ਜਾਏਗਾ, ਖਤਮ ਹੋ ਜਾਏਗਾ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨਾ ਇਹ ਗੱਲਾਂ ਸਾਨੂੰ ਇਸ ਕਰਕੇ ਨਹੀਂ ਜਿਤਾਉਂਦੀ ਕਿ ਗੁਰੂ ਸਾਹਿਬ ਸਾਨੂੰ ਭੈਭੀਤ ਕਰਨਾ ਚਾਹੁੰਦੇ ਨੇ ਕਿ ਜੋਗੀਆਂ ਵਿਰਾਗੀਆਂ ਵਾਂਗ ਸਾਨੂੰ ਸਾਰਾ ਕੁਝ ਛੱਡ ਕੇ ਜੰਗਲਾਂ ਵੱਲ ਜਾਣ ਨੂੰ ਕਹਿ ਰਹੇ ਨੇ। ਅਸੀਂ ਕਹਿੰਦੇ ਆ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਬਾਣੀ ਬੜੀ ਵਿਰਾਗਮਈ ਆ। ਉਹ ਅਸੀਂ ਇਸ ਕਰਕੇ ਕਹਿੰਦੇ ਆ ਕਿ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵਾਹ ਮਾਰਗੇ ਫਿਰਕੇ ਨਾਲ ਜੋੜਨਾ ਚਾਹੁੰਦੇ ਹਾਂ। ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਕਬੀਰ ਸਾਹਿਬ ਨੇ, ਕਿਤੇ ਭਗਤਾਂ ਨੇ, ਕਿਤੇ ਭੱਟਾਂ ਨੇ ਸੰਸਾਰ ਦੀ ਰੀਅਲਟੀ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਕਿ ਸੱਚਾਈ ਕੀ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਉਹਨਾਂ ਤਿਆਗੀਆਂ ਵੱਲ ਇਸ਼ਾਰਾ ਕਰਦੇ। ਹਾਂ ਠੀਕ ਆ ਕਿ ਸਤਿਗੁਰੂ ਜੀ ਨੇ ਤਿਆਗ ਦੀ ਗੱਲ ਜਿਹੜੀ ਆ ਨਾ ਉਹ ਬੜੇ ਵੱਡੇ ਪੱਧਰ ਤੱਕ ਕੀਤੀ ਆ। ਸਰੀਰ ਜਿਹੜਾ ਨਾ ਨਾਸ ਹੋ ਜਾਣਾ ਵਾ। ਜੇ ਸਾਰਾ ਕੁਝ ਨਾਸ਼ ਹੋ ਜਾਣਾ ਤੇ ਫਿਰ ਚੰਗੇ ਕੰਮ ਕਰਨ ਦੀ ਕੀ ਲੋੜ ਆ। ਇੰਨੀ ਵਿਆਖਿਆ ਉਹਨਾਂ ਨੂੰ ਕਿਰਾਏ ਪਾ ਗਈ ਪੰਡਤਾਂ ਨੂੰ। ਸਤਿਗੁਰੂ ਜੀ ਕਹਿੰਦੇ ਨੇ ਕਿ ਇਹ ਠੀਕ ਆ ਕਿ ਸਾਰਾ ਕੁਝ ਨਾਸ਼ ਹੋ ਜਾਣਾ, ਨਾ ਤੁਸੀਂ ਰਹਿਣਾ, ਨਾ ਮੈਂ ਰਹਿਣਾ, ਨਾ ਪਦਾਰਥਾਂ ਨੇ ਰਹਿਣਾ, ਪਰ ਜਿੰਨੀ ਦੇਰ ਤੱਕ ਆਪਾਂ ਜੀਨੇ ਓਨੀ ਦੇਰ ਤੱਕ ਤੇ ਖਾ ਹੀ ਸਕਦੇ ਆ ਨਾ, ਕੱਪੜੇ ਤੇ ਪਾ ਹੀ ਸਕਦੇ ਆ ਨਾ। ਇਹ ਸੋਚ ਕੇ ਕਿ ਅਸੀਂ ਮਰ ਜਾਣਾ, ਇੰਨੀ ਨੈਗੇਟਿਵਿਟੀ ਸਾਡੇ ਵਿੱਚ ਆ ਜਾਏ ਕਿ ਅਸੀਂ ਆਖਣਾ ਕਿ ਖਾਣ ਦੀ ਵੀ ਲੋੜ ਨਹੀਂ ਹੈਗੀ, ਪਾਉਣ ਦੀ ਵੀ ਲੋੜ ਨਹੀਂ ਹੈਗੀ, ਕੰਮ ਕਰਨ ਦੀ ਲੋੜ ਨਹੀਂ ਹੈਗੀ, ਉਨੀ ਦੇਰ ਤੱਕ ਤਾਂ ਕਰ ਸਕਦੇ ਆ ਨਾ ਕੰਮ। ਬਸ ਇੱਥੇ ਆਣ ਕੇ ਮਹਾਰਾਜ ਜੀਂਦੇ ਨੇ, ਇਸ ਪੱਧਰ 'ਤੇ ਆਣ ਕੇ। ਤਿਆਗ ਜਿਹੜਾ ਨਾ ਉਹ ਸਿੱਖ ਨੇ ਪਦਾਰਥਾਂ ਦਾ ਨਹੀਂ ਕਰਨਾ। ਤਿਆਗ ਸਿੱਖ ਨੇ ਕੱਪੜੇ ਲੱਤੇ ਦਾ ਅਤੇ ਖਾਣ ਪੀਣ ਪਹਿਨਣ ਦੀਆਂ ਚੀਜ਼ਾਂ ਦਾ ਨਹੀਂ ਕਰਨਾ। ਤਿਆਗ ਕਾਹਦਾ ਕਰਨਾ ਸਿੱਖ ਨੇ? ਤਿਆਗਨਾ ਤਿਆਗਨ ਨਿੱਕਾ, ਕਾਮ ਕ੍ਰੋਧ ਲੋਭ ਤਿਆਗਨਾ। ਇਹ ਚੀਜ਼ਾਂ ਬੇਕਾਰ ਛੱਡਣਾ। ਹੁਣ ਗੁਰੂ ਸਾਹਿਬ ਮਹਾਰਾਜ ਕਹਿੰਦੇ ਨੇ, ਗੁਰੂ ਸਾਹਿਬ ਦਾ ਜਿਹੜਾ ਪਹਿਲਾ ਨਾਮ ਨਾ ਉਹ ਉਹਨਾਂ ਦੇ ਮਾਤਾ ਪਿਤਾ ਨੇ ਤਿਆਗਮਲ ਰੱਖਿਆ ਸੀ। 5 ਪੁੱਤਰ ਸੀ ਮਹਾਰਾਜ ਦੇ, ਇੱਕ ਧੀ ਸੀ ਬੀਬੀ ਵੀਰੋ। ਗੁਰੂ ਤੇਗ ਬਹਾਦਰ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਨਾਂ ਤਿਆਗਮਲ ਸੀ। ਉਹ ਇਸ ਕਰਕੇ ਰੱਖਿਆ ਗਿਆ ਕਿ ਜਿਸ ਵੇਲੇ ਬਾਬਾ ਗੁਰਦਿੱਤਾ ਉਹਨਾਂ ਦਾ ਆਨੰਦ ਕਾਰਜ ਸੀ ਨਾ, ਸਾਂਝੇ ਰੂਪ ਵਿੱਚ ਬਰਾਤ ਨਿਕਲ ਰਹੀ ਸੀ ਗਲੀ ਦੇ ਵਿੱਚੋਂ। ਲੋਕ ਨਾ ਕੋਠਿਆਂ 'ਤੇ ਚੜ੍ਹ ਕੇ, ਅਜੇ ਵੀ ਪੰਜਾਬ 'ਚ ਰਿਵਾਜ ਹੈਗਾ ਕਈ ਥਾਵਾਂ 'ਤੇ, ਪੁੱਤ ਦੀ ਚੜ੍ਹਦੀ ਹੋਈ ਬਰਾਤ ਅਤੇ ਧੀ ਦੀ ਤੁਰਦੀ ਹੋਈ ਡੋਲੀ ਲੋਕ ਜਿਹੜੇ ਆ ਉਹ ਇਕੱਠੇ ਸਾਂਝੇ ਰੂਪ ਵਿੱਚ ਦੇਖਦੇ ਆ। ਲੋਕ ਆਉਣਗੇ, ਪਹਿਲਾਂ ਵਿਆਹ 'ਤੇ ਖਾ ਪੀ ਕੇ ਚਲੇ ਜਾਣਗੇ, ਜਦੋਂ ਡੋਲੀ ਵਿਦਾ ਹੋਣ ਲੱਗਦੀ ਨਾ ਪੱਠੇ ਪੁੱਠੇ ਪਾ ਕੇ ਫਿਰ ਪਹੁੰਚ ਜਾਂਦੇ ਆ, ਚਲੋ ਡੋਲੀ ਨੂੰ ਵਿਦਾ ਕਰਾਈਏ। ਇਹ ਰਿਵਾਜ ਹੈ। ਜਿੱਥੇ ਆਪਣੇ ਕਲਚਰ ਦੇ ਲੋਕ ਰਹਿੰਦੇ ਆ ਨਾ, ਭਾਵੇਂ ਯੂਪੀ ਦਾ ਇਲਾਕਾ ਹੋਏ, ਭਾਵੇਂ ਹੋਰ, ਲੋਕ ਕੋਠਿਆਂ 'ਤੇ ਚੜ੍ਹ ਕੇ ਬਰਾਤ ਜਿਹੜੇ ਆ ਨਾ ਉਹ ਵੇਖਦੇ ਆ। ਲੋਕ ਵੇਖ ਰਹੇ ਆ। ਉਹਨਾਂ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹਦੇ ਸਰੀਰ 'ਤੇ ਕੱਪੜੇ ਵੀ ਹੈ ਨਹੀਂ, ਬੜਾ ਗਰੀਬ ਪਰਿਵਾਰ ਸੀ। ਗੁਰੂ ਤੇਗ ਬਹਾਦਰ ਮਹਾਰਾਜ ਨਾ ਬੜੇ ਲਾਡਲੇ ਸੀ ਗੁਰੂ ਸਾਹਿਬ ਦੇ। ਮਾਤਾ ਨਾਨਕੀ ਨੇ ਸਭ ਤੋਂ ਕੀਮਤੀ ਪੁਸ਼ਾਕ ਉਹਨਾਂ ਨੂੰ ਪਾਈ ਸੀ। ਸਤਿਗੁਰੂ ਪਾਤਸ਼ਾਹ ਨੇ ਵੇਖਿਆ ਕਿ ਇੱਕ ਬੱਚਾ ਨਾ ਬੜੀ ਲਲਚਾਈਆਂ ਹੋਈ ਨਜ਼ਰਾਂ ਨਾਲ ਸਤਿਗੁਰੂ ਵੱਲ ਦੇਖ ਰਿਹਾ। ਗੁਰੂ ਸਾਹਿਬ ਨੇ ਆਪਣੀ ਪੁਸ਼ਾਕ ਲਾਈ ਅਤੇ ਬਿਨਾਂ ਪੁੱਛਿਆਂ ਬੱਚੇ ਨੂੰ ਦੇ ਦਿੱਤੀ। ਤਿਆਗ ਮਲ ਦਾ ਨੰਗਾ ਪਿੰਡਾ ਜਿਸ ਵੇਲੇ ਮਾਤਾ ਨੇ ਤੱਕਿਆ ਨਾ, ਮਾਤਾ ਪੁੱਛਦੀ ਆ ਕਿ ਤੁਹਾਡੀ ਪੁਸ਼ਾਕ ਕਿੱਥੇ ਆ? ਪੁਸ਼ਾਕ ਕਿੱਥੇ ਆ ਤੁਹਾਡੀ? ਕਹਿਣ ਲੱਗਾ ਕਿ ਮਹਾਰਾਜ ਉਹ ਬੱਚਾ ਨਾ ਲਲਚਾਈਆਂ ਨਜ਼ਰਾਂ ਨਾਲ ਮੇਰੇ ਵੱਲ ਵੇਖ ਰਿਹਾ ਸੀ, ਮੈਨੂੰ ਲੱਗਾ ਕਿ ਮੇਰੇ ਕੋਲ ਤਾਂ ਹੋਰ ਹੈਗੀਆਂ, ਮੇਰੀ ਮਾਂ ਨੇ ਹੋਰ ਦੇ ਦੇਣੀਆਂ, ਇਹਦੇ ਕੋਲ ਹੈ ਨਹੀਂ ਹੈ, ਜੇ ਹੁੰਦੀ ਤਾਂ ਪਾ ਕੇ ਨਾ ਆਉਂਦਾ, ਇੰਨੀ ਠੰਡ ਵਿੱਚ ਨੰਗਾ ਨਾ ਖਲੋਂਦਾ, ਮੈਂ ਆਪਣੀ ਲਾ ਕੇ ਤੁਹਾਨੂੰ ਦੇ ਦਿੱਤੀ। ਇਹਨੂੰ ਕਹਿੰਦੇ ਨੇ ਸੰਸਕਾਰ। ਹੁਣ ਸਾਡੇ ਘਰ ਵਿੱਚ ਬੱਚੇ ਹੈਗੇ ਆ, ਕਿਸੇ ਦੀ ਹੈਲਪ ਕਰਤੀ, ਕਿਸੇ ਦੀ ਫੀਸ ਭਰਤੀ, ਆਪਾਂ ਉਹਨੂੰ ਕੀ ਕਹਿੰਦੇ ਆ? ਤੈਨੂੰ ਜ਼ਿਆਦੀ ਹੋੜ ਲੱਗੀ ਵੰਡਣ ਦੀ, ਤੂੰ ਲੋਕਾਂ ਨੂੰ ਲੁਟਾ ਦੇਂਗਾ, ਬਰਬਾਦ ਕਰ ਦੇਂਗਾ, ਭਾਂਡੇ ਵੇਚ ਦੇਂਗਾ ਸਾਡੇ ਘਰ ਦੇ। ਅਸੀਂ ਉਹਦੀ ਗੱਲ ਨੂੰ ਐਪਰੀਸ਼ੀਏਟ ਨਹੀਂ ਕਰਦੇ ਵੀ ਤੂੰ ਬੜਾ ਨੇਕ ਕੰਮ ਕੀਤਾ, ਬੜਾ ਚੰਗਾ ਕੰਮ ਕੀਤਾ। ਜਦੋਂ ਅਸੀਂ ਬੱਚਿਆਂ ਨੂੰ ਨੇਕ ਕਰਮ ਕਰਨ ਤੋਂ ਹੌਲੀ ਹੌਲੀ ਰੋਕਣਾ ਸ਼ੁਰੂ ਕਰ ਦਿੰਦੇ ਹਾਂ ਨਾ, ਉਹ ਫਿਰ ਇੱਕਦਮ ਸਟਕ ਹੋ ਜਾਂਦੇ ਆ, ਉਹ ਬੰਦ ਕਰ ਦਿੰਦੇ ਆ ਕਿ ਨਹੀਂ। ਸਾਡੇ ਮਾਂ ਬਾਪ ਨਾ ਸਾਨੂੰ ਮਨਾ ਕਰਦੇ ਆ। ਇੱਕ ਲੈਵਲ ਇਹੋ ਜਿਹਾ ਆ ਜਾਂਦਾ ਕਿ ਮਾਂ ਬਾਪ ਕਹਿੰਦੇ ਨੇ, ਬੱਚੇ ਫਿਰ ਵੀ ਨਹੀਂ ਕਰਦੇ, ਕਿਉਂਕਿ ਉਹਨਾਂ ਦੇ ਸੰਸਕਾਰ ਇਹੋ ਜਿਹੇ ਬਣ ਜਾਂਦੇ ਆ। ਇਹ ਚੀਜ਼ ਜਿਹੜੀ ਨਾ ਬੜੀ ਲਾਜ਼ਮੀ ਆ। ਅਖੀਰ ਦੇ ਵਿੱਚ ਜਾ ਕੇ ਜਦੋਂ ਆਪਾਂ ਕਹਿੰਦੇ ਨਾ ਸਾਡੇ ਬੱਚੇ ਸਾਡੇ ਨਾਲ ਇੱਦਾਂ ਕਰਦੇ ਆ, ਉੱਥੇ ਸਾਡੀ ਵੀ ਗਲਤੀ ਹੁੰਦੀ ਕਈ ਵਾਰੀ। ਆਪਾਂ ਇਸ ਗੱਲ ਦੇ ਪੱਖ ਵਿੱਚ ਨਹੀਂ ਆ। ਖਾਸ ਕਰਕੇ ਕਈ ਵਾਰੀ ਨਾ ਕਈ
ਬਜ਼ੁਰਗ ਸਾਨੂੰ ਮਿਲਣਗੇ, ਉਹ ਬਿਰਧ ਆਸ਼ਰਮ ਵਿੱਚ ਨਾ ਰੁਲਦੇ ਹੋਣਗੇ ਵੀ ਸਾਡੇ ਬੱਚੇ ਨਾ ਸਾਨੂੰ ਸਮਝਦੇ ਨਹੀਂ। ਠੀਕ ਆ, ਨਹੀਂ ਸਮਝਦੇ, ਉਹਨਾਂ ਦੀ ਗਲਤੀ ਆ, ਪਰ ਗਲਤੀ ਕਿਤੇ ਨਾ ਕਿਤੇ ਸਾਡੀ ਵੀ ਆ। ਦੋਵਾਂ ਪੱਖਾਂ ਨੂੰ ਨਾਲ ਲੈ ਕੇ ਚੱਲੋ। ਐਸੀ ਕੋਈ ਗਲਤੀ ਸਾਡੇ 'ਚ ਹੈ ਜਿਹਦੇ ਕਰਕੇ ਸਾਡੇ ਬੱਚੇ ਸੰਸਕਾਰੀ ਨਹੀਂ ਹੋਏ। ਹਾਂ, ਸੰਸਕਾਰ ਚੰਗੇ ਦਿੱਤੇ ਹੋਏ ਉਹ ਫਿਰ ਵੀ ਨਹੀਂ ਸਮਝਦੇ, ਫਿਰ ਉਹਨਾਂ ਦੀ ਗਲਤੀ ਆ। ਇੱਕ ਵੀਡੀਓ ਨਾ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ, ਉਹ ਦੇਖ ਰਿਹਾ ਸੀ ਮੈਂ। ਪੰਜਾਬ ਦੀ ਬਜ਼ੁਰਗ ਮਾਤਾ ਨਾ, ਉਸ ਬਜ਼ੁਰਗ ਮਾਤਾ ਨੂੰ ਲੈਣ ਵਾਸਤੇ ਬਿਰਧ ਆਸ਼ਰਮ ਵਾਲੇ ਉਹਨਾਂ ਦੇ ਘਰ ਪਹੁੰਚੇ। ਉਹਨਾਂ ਦਾ ਕਿਤੇ ਫੋਨ ਆਇਆ ਹੋ ਕਿ ਮਾਤਾ ਨੂੰ ਲੈ ਜਾਓ। ਉਹਨਾਂ ਦੇ ਪੁੱਤ ਨੇ ਫੋਨ ਕੀਤਾ। ਹੁਣ ਉਹਨਾਂ ਨੂੰ ਲੱਗਾ ਕਿ ਚਲੋ ਕੋਈ ਮਾਤੜ ਪਰਿਵਾਰ 'ਚ ਹੋਊਗੀ ਬੀਬੀ, ਉਹ ਗੱਡੀ ਲੈ ਕੇ ਚਲੇ ਗਏ। ਪਰ ਉਹਨਾਂ ਦੀ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਉਹਨਾਂ ਨੇ ਮਾਤਾ ਦਾ ਘਰ ਵੇਖਿਆ। ਆਲੀਸ਼ਾਨ ਬੰਗਲਾ, ਕੋਠੀਆਂ ਤੇ ਕਾਰਾਂ, ਕਿਸੇ ਚੀਜ਼ ਦੀ ਕਮੀ ਨਹੀਂ। ਪਿੰਡ ਦੇ ਪਤਵੰਤੇ ਬੰਦੇ ਜਿਹੜੇ ਉਹ ਘਰ ਆਏ, ਉਹਨਾਂ ਆਣ ਕੇ ਹੰਗੂਰਾ ਮਾਰਿਆ। ਅਫਸਰ ਲੱਗੀ ਉਹਨਾਂ ਦੀ ਧੀ, ਪੁੱਤ ਜਿਹੜਾ USA ਰਹਿੰਦਾ ਸੀ ਤੇ ਉਹ ਯੂਨੀਵਰਸਿਟੀ 'ਚ ਲੱਗੀ ਸੀ। ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਅਫਸਰ ਲੱਗੀ ਸੀ, ਉਹ ਬੜੇ ਵੱਡੇ ਪੱਧਰ 'ਤੇ। ਉਹਨਾਂ ਨੇ ਫੋਨ ਕੀਤਾ ਬਾਈ ਕਿ ਰੱਬ ਦਾ ਵਾਸਤਾ ਵੀ ਤੁਹਾਨੂੰ ਤੁਹਾਡੀ ਮਾਂ ਨੇ ਪਾਲ ਪੋਸ਼ ਕੇ ਵੱਡਾ ਕੀਤਾ ਅਤੇ ਨੌਕਰੀਆਂ 'ਤੇ ਲਾਇਆ, ਤੁਸੀਂ ਇਹਨੂੰ ਆਪਣੇ ਕੋਲ ਨਹੀਂ ਰੱਖ ਸਕਦੇ? ਰੱਬ ਦਾ ਵਾਸਤਾ ਇਹਨੂੰ ਨਾ ਭੇਜੋ। ਉਹ ਕਹਿਣ ਲੱਗੇ ਨਹੀਂ, ਸਾਡੇ ਕੋਲ ਮਾਤਾ ਨਾ ਸੰਭਾਲੀ ਨਹੀਂ ਜਾਂਦੀ, ਸਾਡੇ ਵੱਲੋਂ ਜਿੱਥੋਂ ਮਰਜ਼ੀ ਲੈ ਜਾਓ। ਉਹ ਬਿਰਧ ਆਸ਼ਰਮ ਵਾਲੇ ਨੇ ਆਖਿਆ ਅਸੀਂ ਇੱਦਾਂ ਨਹੀਂ ਲੈ ਕੇ ਜਾਣੀ, ਤੁਹਾਡੇ 'ਚੋਂ ਕਿਸੇ ਇੱਕ ਨੇ ਆਉਣਾ ਪੈਣਾ, ਤੁਸੀਂ ਆ ਕੇ ਸਿਗਨੇਚਰ ਕਰ ਦਿਓ ਅਤੇ ਅਸੀਂ ਲੈ ਜਾਵਾਂਗੇ। ਉੱਧਰੋਂ ਉਹਨਾਂ ਨੇ ਮਾਤਾ ਨੂੰ ਬਿਠਾਇਆ ਅਤੇ ਉਹ ਪਟਿਆਲੇ ਵੱਲ ਨੂੰ ਲੈ ਗਈ। ਪਟਿਆਲੇ ਵੱਲੋਂ ਧੀ ਤੁਰੀ, ਦੋਨਾਂ ਨੇ ਰੇਲਵੇ ਫਾਟਕ 'ਤੇ ਜਾ ਕੇ ਨਾ ਉਹ ਇਸ ਬੰਨੇ ਖਲੋਤੇ ਅਤੇ ਉਸ ਬੰਨੇ ਖਲੋਤੀ। ਧੀ ਨੇ ਕਾਲ ਕਰਕੇ ਆਖਿਆ ਕਿ ਮੈਂ ਆਪਣੀ ਮਾਂ ਦਾ ਮੂੰਹ ਵੀ ਨਹੀਂ ਵੇਖਣਾ, ਫਾਈਲ ਇੱਥੇ ਲੈ ਆਓ, ਮੈਂ ਇੱਥੇ ਸਿਗਨੇਚਰ ਕਰ ਦੂੰਗੀ। ਉਹ ਕਹਿਣ ਲੱਗੇ ਵੀ ਲਾਲ ਬੱਤੀ ਵਾਲੀਆਂ ਗੱਡੀਆਂ ਅਤੇ ਗਨਮੈਨ ਉਹਦੇ ਨਾਲ ਸੀ, ਉਹਨੇ ਆਪਣੀ ਮਾਂ ਦੀ ਸ਼ਕਲ ਵੀ ਨਹੀਂ ਵੇਖੀ। ਜਦੋਂ ਉਹਨੂੰ ਮਿਲਣ ਵਾਸਤੇ ਗਏ ਨਾ ਕੋਈ ਸੱਜਣ ਉੱਥੇ, ਜਿਨ੍ਹਾਂ ਨੇ ਵੀਡੀਓ ਵਾਇਰਲ ਕੀਤੀ ਸੀ, ਉਹਨਾਂ ਨੇ ਉੱਥੇ ਜਾ ਕੇ ਪੁੱਛਿਆ ਕਿ ਮਾਂ, ਪੁੱਤ ਦਾ ਫੋਨ ਨਹੀਂ ਆਉਂਦਾ ਕਦੀ? ਉਹ ਅਜੇ ਵੀ ਕਹੀ ਜਾਂਦੀ ਕਿ ਮੇਰਾ ਪੁੱਤ ਮੈਨੂੰ ਰੋਜ਼ ਫੋਨ ਕਰਦਾ। ਉਹ ਜੁਗ ਜੁਗ ਜਿਵੇ, ਜਵਾਨੀਆਂ ਮਾਣੇ। ਮਾਂ ਜਿਹੜੀ ਮਮਤਾ ਅਜੇ ਵੀ ਨਹੀਂ ਛੱਡਦੀ। ਉਹ ਅਜੇ ਵੀ ਝੂਠ ਹੀ ਬੋਲੀ ਜਾਂਦੀ ਕਿ ਮੇਰਾ ਪੁੱਤ ਨਾ ਮੇਰਾ ਬੜਾ ਤੇਹ ਕਰਦਾ, ਮੇਰੀ ਧੀ ਬੜੀ ਤੇਹ ਕਰਦੀ ਮੇਰਾ। ਉਹ ਅਜੇ ਵੀ ਉਹਨਾਂ ਨੂੰ ਨਾ ਮਾੜਾ ਕਹਿਣ ਦੀ ਹਾਲਤ 'ਚ ਨਹੀਂ ਆ। ਉਹ ਇੱਕ ਤਾਂ ਉਹ ਵੀ ਸਮਾਂ ਹੁੰਦਾ ਨਾ ਜਦੋਂ ਮਾਂ ਆਪਣੀਆਂ ਬੁਰਕੀਆਂ ਵੀ ਬੱਚੇ ਦੇ ਮੂੰਹ 'ਚ ਪਾ ਕੇ ਉਹਨਾਂ ਨੂੰ ਪਾਲਦੀ ਆ। ਇਹ ਸੰਸਕਾਰ ਹੀ ਨੇ। ਜੇ ਆਪਾਂ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਨਹੀਂ ਨਾ ਦੇ ਪਾਏ, ਜ਼ਰੂਰ ਸੋਚੋ ਕਿ ਕਿਤੇ ਨਾ ਕਿਤੇ ਸਾਡੇ 'ਚ ਕਮੀ ਆ। ਜੇ ਅਸੀਂ ਆਪਣੇ ਵੱਲੋਂ ਪੂਰਾ ਰੋਲ ਪਲੇਅ ਕੀਤਾ ਪਰ ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਗਈ, ਫਿਰ ਉਹਨਾਂ ਦਾ ਕਸੂਰ ਆ। ਫਿਰ ਉਹ ਤਿਆਰੀ ਆਪਣੀ ਕਰ ਲੈਣਾ ਕਿ ਉਹਨਾਂ 'ਤੇ ਸਮਾਂ ਵੀ ਇਹ ਬਹੁਤ ਜਲਦ ਆਉਣ ਵਾਲਾ, ਉਹ ਆਪਣੀ ਤਿਆਰੀ ਕਰ ਲੈਣ। ਕਿਉਂਕਿ ਸੰਸਾਰ ਆ, ਕੁਦਰਤ ਆ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਮਾਤਾ ਨੇ ਆਪਣੇ ਗਲ ਨਾਲ ਲਾਇਆ ਅਤੇ ਕਿਹਾ ਕਿ ਤੂੰ ਸੱਚਮੁੱਚ ਹੀ ਤਿਆਗੀ ਆ, ਸੱਚਮੁੱਚ ਹੀ ਤਿਆਗ ਦੀ ਮੂਰਤ। ਕਿਹਨੂੰ ਪਤਾ ਸੀ ਕਿ ਇਹੀ ਬੱਚਾ ਜਿਹਨੇ ਇੱਕ ਬੱਚੇ ਦਾ ਨੰਗੇਜ ਢੱਕਣ ਦੇ ਵਾਸਤੇ ਆਪਣੇ ਤਨ ਦਾ ਚੋਲਾ ਲਾ ਕੇ ਉਹਦੇ ਸਰੀਰ ਨੂੰ ਢੱਕ ਦਿੱਤਾ, ਇੱਕ ਸਮਾਂ ਆਏਗਾ ਪੂਰੇ ਸੰਸਾਰ ਦੀ ਇੱਜ਼ਤ ਨੰਗੀ ਹੋਣ ਵਾਲੀ ਹੋਏਗੀ। ਇਹ ਬੱਚਾ ਵੱਡਾ ਹੋ ਕੇ ਆਪਣੇ ਸਰੀਰ ਦਾ ਠਿਕਰਾ ਭੰਨ ਕੇ ਉਹਨਾਂ ਦੀ ਇੱਜ਼ਤ ਵੀ ਜਿਹੜੀ ਆ ਉਹ ਢੱਕ ਦੂਗਾ। 1621 ਵਿੱਚ ਮਹਾਰਾਜ ਨੇ ਕਰਤਾਰਪੁਰ ਦੀ ਜੰਗ ਜਿਹੜੀ ਆ ਨਾ ਜਦੋਂ ਲੜੀ, ਉਦੋਂ ਤੇਗ ਦੇ ਜੌਹਰ ਵਿਖਾਏ ਮਹਾਰਾਜ ਜੀ ਨੇ। ਪਹਿਲਾ ਕੰਮ ਵੇਖਿਆ ਤੇ ਤੇਗ ਬਹਾਦਰ ਨਾਂ ਰੱਖਿਆ। ਫਿਰ ਅਸਾਮ ਦੇ ਇਲਾਕੇ ਵੱਲ ਚਲੇ ਗਏ। ਅਸਾਮ ਦੇ ਇਲਾਕੇ ਵਿੱਚ ਮਹਾਰਾਜ ਨੇ ਨਾ ਬੜੀ ਵੱਡੀ ਮੁਹਿੰਮ ਫਤਿਹ ਕੀਤੀ। ਜੋ ਰਾਜਿਆਂ ਦੀ ਆਪਸੀ ਲੜਾਈ, ਜਦੋਂ ਤੁਸੀਂ ਇਤਿਹਾਸ ਵਿੱਚ ਪੜ੍ਹੋਗੇ ਨਾ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ 3 ਵਾਰੀ ਗ੍ਰਿਫਤਾਰੀ ਹੋਈ। ਪਹਿਲੀ ਗ੍ਰਿਫਤਾਰੀ ਆਗਰਾ ਵਿੱਚ ਹੋਈ, ਦੂਜੀ ਗ੍ਰਿਫਤਾਰੀ ਵੀ ਮਹਾਰਾਜ ਦੀ ਆਗਰੇ ਵਿੱਚ ਹੋਈ, ਤੀਜੀ ਗ੍ਰਿਫਤਾਰੀ ਮਹਾਰਾਜ ਦੀ ਮਲਕਪੁਰ ਰੰਗੜਾ ਤੋਂ ਹੋਈ ਜਦੋਂ ਮਹਾਰਾਜ ਸ਼ਹੀਦ ਹੋਏ। ਪਹਿਲੀਆਂ 2 ਗ੍ਰਿਫਤਾਰੀਆਂ ਦੇ ਵਿੱਚ ਰਾਜਾ ਰਾਮ ਸਿੰਘ ਨੇ ਮਹਾਰਾਜ ਨੂੰ ਆਪਣੀ ਮਾਤਾ ਦੀ ਮਦਦ ਨਾਲ ਮਹਾਰਾਜ ਨੂੰ ਰਿਹਾ ਕਰਾਇਆ। ਇਹ ਔਰੰਗਜ਼ੇਬ ਦਾ ਬਹੁਤ ਹੀ ਵੱਡਾ ਅਫਸਰ ਸੀ। ਔਰੰਗਜ਼ੇਬ ਉਦੋਂ ਦਿੱਲੀ ਵਿੱਚ ਨਹੀਂ ਸੀ। ਉਹਨੂੰ ਪਤਾ ਲੱਗਾ ਕਿ ਮੇਰੀ ਇਜਾਜ਼ਤ ਤੋਂ ਬਿਨਾਂ ਰਾਜਾ ਰਾਮ ਸਿੰਘ ਨੇ, ਰਤਨ ਸਿੰਘ ਦੇ ਲੜਕੇ ਨੇ ਆਜ਼ਾਦ ਕਰਤਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ। ਉਹਨੇ ਚਾਲ ਖੇਡੀ। ਇੱਕ ਚਾਲ ਇਹ ਸੀ ਕਿ ਮੈਂ ਰਾਜਾ ਰਾਮ ਸਿੰਘ ਨੂੰ ਨਾ
ਚੱਕਰ ਦਵੇਤ ਦੇ ਨਾਲ, ਜੋ ਅਸਾਮ ਦਾ ਬੜਾ ਵੱਡਾ ਰਾਜਾ ਸੀ, ਉਹਨਾਂ ਮੁਹਿੰਮ ਲੜਨ ਨੂੰ ਭੇਜਿਆ। ਜੇ ਇਹ ਜਿੱਤ ਗਿਆ ਤਾਂ ਇਲਾਕਾ ਮਿਲ ਜੂਗਾ, ਜੇ ਮਰ ਗਿਆ ਤੇ ਮੇਰਾ ਬਦਲਾ ਲਿਆ ਜਾਊ। ਕਿ ਇਹਨੇ ਤੇਗ ਬਹਾਦਰ ਮਹਾਰਾਜ ਜੀ ਨੂੰ ਰਿਹਾ ਕਿਉਂ ਕੀਤਾ। ਉਹਦੀ ਮਾਤਾ ਨੇ, ਰਾਜੀ ਚੰਪਾ ਨੇ ਬੇਨਤੀ ਕੀਤੀ ਕਿ ਮੇਰਾ ਪੁੱਤ ਅਜਿਹਾ ਮਾਰਿਆ ਜਾਊਗਾ, ਉਹ ਰਾਜਾ ਬੜਾ ਬਲਵਾਨ ਆ, ਕਿਰਪਾ ਕਰੋ ਮੇਰੇ ਪੁੱਤ ਦੀ ਜਾਨ ਬਚਾਓ। ਤੁਸੀਂ ਵੇਖੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਰਾਜਨੀਤਿਕ ਕੱਦ ਕਿੱਡਾ ਵੱਡਾ ਸੀ। ਸਤਿਗੁਰੂ ਨੇ ਦੋਵਾਂ ਵਿੱਚ ਸੁਲ੍ਹਾ ਸਫਾਈ ਕਰਾਈ। ਗੁਰੂ ਸਾਹਿਬ ਕਹਿੰਦੇ ਨੇ ਕਿ ਰੋਜ਼ ਜਿਹੜੇ ਔਰੰਗਜ਼ੇਬ ਆ ਨਾ, ਉਹ ਤੁਹਾਨੂੰ ਦੋਵਾਂ ਨੂੰ ਆਪਸ ਵਿੱਚ ਲੜਾ ਕੇ ਤੇ ਮਰਾਉਣਾ ਚਾਹੁੰਦੇ ਆ। ਉਹ ਕਹਿੰਦੇ ਤੁਸੀਂ ਆਪਣੇ ਇਲਾਕੇ ਵੰਡ ਲਓ, ਉਹਨਾਂ ਦੀ ਚਾਲ ਕਾਮਯਾਬ ਨਾ ਹੋਣ ਜਾਓ। ਤੇ ਉਹ ਕਹਿੰਦੇ ਤੁਸੀਂ ਇੱਦਾਂ ਕਰੋ, ਇਲਾਕੇ ਵੰਡ ਲਓ। ਗੁਰੂ ਸਾਹਿਬ ਕਹਿੰਦੇ ਤੁਸੀਂ ਇਲਾਕੇ ਵੰਡ ਲਓ। ਕਹਿੰਦੇ ਚਲੋ ਠੀਕ ਆ, ਅਸੀਂ ਵੰਡ ਲੈਂਦੇ। ਉੱਥੇ ਗੁਰੂ ਸਾਹਿਬ ਨੇ ਨਾ ਆਪਣਾ ਖੰਜਰ ਕੱਢ ਕੇ ਇੱਕ ਲੀਕ ਮਾਰੀ। ਉੱਥੇ ਗੁਰੂ ਸਾਹਿਬ ਨੇ ਖੰਜਰ ਨਾਮ ਦਾ ਇੱਕ ਨਾ ਸ਼ਹਿਰ ਵਸਾਇਆ। ਇਹ ਇਹੋ ਜਿਹੀਆਂ ਗੱਲਾਂ ਸੀ ਜਿਹੜੀਆਂ ਆਪਾਂ ਕਿਸੇ ਨੂੰ ਦੱਸ ਨਹੀਂ ਪਾਏ। ਸਤਿਗੁਰੂ ਮਹਾਰਾਜ ਜੀ ਦੀ ਤੀਜੀ ਗ੍ਰਿਫਤਾਰੀ ਜਿਸ ਵੇਲੇ ਪੰਡਿਤ ਕਿਰਪਾ ਰਾਮ ਵਿਚੋਲਾ ਬਣ ਕੇ ਅਨੰਦਪੁਰ ਸਾਹਿਬ ਆਇਆ ਨਾ, ਇਹ ਬ੍ਰਹਮਦਾਸ ਦਾ ਪ੍ਰਪੋਤਰਾ ਸੀ, ਬ੍ਰਹਮਦਾਸ ਦਾ ਪੁੱਤਰ ਸੀ। ਨਰਾਇਣ ਦਾਸ ਦਾ ਪੁੱਤਰ ਸੀ ਅੜੂ ਰਾਮ, ਤੇ ਅੜੂ ਰਾਮ ਦਾ ਪੁੱਤਰ ਸੀ ਪੰਡਿਤ ਕਿਰਪਾ ਰਾਮ। ਜਿਸ ਵੇਲੇ ਉੱਥੇ ਆਏ, ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਇਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਹੋਏ ਤੇ ਤਿੰਨਾਂ ਸਿੱਖਾਂ ਸਮੇਤ ਦਿੱਲੀ ਪਹੁੰਚੇ। ਚੇਤੇ ਰੱਖਣਾ ਕਿ ਜਿਹੜੇ 3 ਸਿੱਖ ਮਹਾਰਾਜ ਜੀ ਦੇ ਨਾਲ ਸੀ ਨਾ, ਉਹ ਤੇਗ ਬਹਾਦਰ ਮਹਾਰਾਜ ਤੋਂ ਬਾਅਦ ਦੂਜੇ ਨੰਬਰ ਦੀ ਲੀਡਰਸ਼ਿਪ ਵਿੱਚ ਆਉਂਦੇ ਸੀ। ਕੁਝ ਐਸੇ ਕਰਮ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਰਦੇ ਨੇ, ਤੇ ਕੁਝ ਐਸੇ ਕਰਮ ਨੇ ਜਿਹੜੇ ਉਹ ਕਰਦੇ ਨੇ, ਜਿਹੜੇ ਸਰਕਾਰ ਵੱਲੋਂ ਆਏ ਹੋਏ ਨੁਮਾਇੰਦੇ ਨਾ, ਉਹਨਾਂ ਨਾਲ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੱਲ ਨਹੀਂ ਕਰਦੇ ਸੀ, ਉਹ ਭਾਈ ਸਤੀ ਦਾਸ ਜੀ ਕਰਦੇ ਸੀ। ਸਰਕਾਰੀ ਅਹਿਲਕਾਰਾਂ ਨਾਲ ਗੱਲਬਾਤ ਕਰਨ ਦਾ ਕੰਮ ਜਿਹੜਾ, ਉਹ ਸਾਰਾ ਕੰਮ ਉਹ ਕਰਦੇ ਸੀ। ਉਹ ਇਹਨਾਂ ਤਿੰਨਾਂ ਸਿੱਖਾਂ ਨੂੰ ਮਹਾਰਾਜ ਦੇ ਸਨਮੁਖ ਖੜਾ ਕੇ ਨਾ ਸ਼ਹੀਦ ਕੀਤਾ ਗਿਆ। ਇਤਿਹਾਸ ਆਪਣੇ ਆਪ ਨੂੰ ਰਿਪੀਟ ਕਰਦਾ। ਕਦੀ ਸਮਾਂ ਸੀ ਜਦੋਂ 1606 ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾ ਕੇ ਉਬਲਦੀ ਦੇਗ ਵਿੱਚ ਉਬਾਲ ਕੇ ਸਾੜ ਕੇ ਸ਼ਹੀਦ ਕੀਤਾ ਗਿਆ ਸੀ। ਉਹੀ ਸਾਕਾ ਇਹਨਾਂ ਦੋਵਾਂ ਸਿੱਖਾਂ ਨਾਲ ਵਾਪਰਿਆ। ਦਿਆਲ ਦਾਸ ਤੇ ਸਤੀ ਦਾਸ, ਰੂੰ ਵਿੱਚ ਲਪੇਟ ਕੇ ਸਾੜਨਾ, ਉਬਲਦੀ ਦੇਗ ਵਿੱਚ ਉਬਾਲਣਾ। 8 ਸਾਲ ਬਾਅਦ ਰਾਣ ਕੰਧੌਰ ਦੇ ਕਿਲੇ 'ਚ 3 ਸਿੱਖ, ਭਾਈ ਤੁਲਸਾ, ਭਾਈ ਕਿਸ਼ਨਾ ਤੇ ਭਾਈ ਬਿਸ਼ਨਾ, ਤਿੰਨਾਂ ਨੂੰ ਸਾੜ ਕੇ ਸ਼ਹੀਦ ਕੀਤਾ ਗਿਆ। ਤੇ ਆਧੁਨਿਕ ਇਤਿਹਾਸ ਦੇ ਵਿੱਚ ਭਾਈ ਹਰਦੇਵ ਸਿੰਘ ਦੇਬੂ ਨੂੰ ਪਾਣੀ ਦੇ ਸਗਲੇ ਦੇ ਵਿੱਚ ਗਰਮ ਕਰਕੇ ਰੱਸੀਆਂ ਨਾਲ ਬੰਨ੍ਹ ਕੇ ਸਾੜ ਕੇ ਸ਼ਹੀਦ ਕੀਤਾ ਗਿਆ। ਇਹ ਸਾਡੇ ਨਾਲ ਹੋਇਆ। ਸਿੱਖ ਕੌਮ ਇੱਕ ਐਸੀ ਕੌਮ ਆ ਜਿਹਦੇ ਤੇ ਮਾਰਨ ਦੇ ਤਰੀਕੇ ਸਭ ਤੋਂ ਵੱਧ ਜਿਹੜੇ ਅਜਮਾਏ ਗਏ, ਸਭ ਤੋਂ ਵੱਧ। 1675 ਨੂੰ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਉਸ ਸਮੇਂ ਦੇ ਕੈਲੰਡਰ ਮੁਤਾਬਕ ਹੋਈ, ਉਸ ਸਮੇਂ ਦੇ ਕੈਲੰਡਰ ਮੁਤਾਬਕ। ਪਰ ਅਸੀਂ ਲੇਟ ਬਹੁਤ ਹਾਂ। ਅਸੀਂ ਕਦੇ ਵੀ ਸਹੀ ਸਮੇਂ ਦੇ ਉੱਤੇ ਸਹੀ ਫੈਸਲਾ ਅੱਜ ਤੱਕ ਨਾ ਕਰ ਪਾਏ ਹਾਂ, ਤੇ ਨਾ ਹੀ ਅੱਗੇ ਪਤਾ ਨਹੀਂ ਕਰ ਸਕਾਂਗੇ। ਸਾਡਾ ਇਤਿਹਾਸ ਇਹ ਕਹਿੰਦਾ। ਤੁਸੀਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਤੋਂ ਸ਼ੁਰੂ ਕਰੋ ਅੱਜ ਤੱਕ, ਜਦੋਂ ਤੋਂ ਸਿੱਖਾਂ ਦੇ ਹੱਥਾਂ 'ਚ ਕਮਾਂਡ ਆਈ ਨਾ ਗੁਰੂ ਸਾਹਿਬ ਦੇ ਮਹਾਰਾਜ ਤੋਂ ਬਾਅਦ, ਅਸੀਂ ਕੋਈ ਫੈਸਲਾ ਸਹੀ ਸਮੇਂ 'ਤੇ ਨਹੀਂ ਲਿਆ। 1895 ਦੇ ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਨੇ ਸਿੱਖ ਕੌਮ ਨੂੰ ਉੱਚਾ ਚੁੱਕਣ ਵਾਸਤੇ, ਇਹ ਜਿਹੜੇ ਦੋਵੇਂ ਬੰਦੇ ਨਾ, ਗਿਆਨੀ ਦਿੱਤ ਸਿੰਘ ਤੇ ਗਿਆਨੀ ਗੁਰਮੁਖ ਸਿੰਘ, ਇਹ ਲਹਿਰ ਦੇ ਬੰਦੇ ਸੀ। ਕੌਮ ਨੂੰ ਉਚਾਈ ਵੱਲ ਲੈ ਜਾਣ ਲਈ ਨਾ ਕੁਛ ਅਰਜ਼ੀਆਂ ਰੱਖੀਆਂ। ਉਹ ਬੰਦੇ ਨੂੰ ਪੰਥ ਤੋਂ ਛੇਕਿਆ ਗਿਆ, ਤੁਹਾਨੂੰ ਖਾਰਜ ਵੀ ਕੀਤਾ ਸਿੱਖੀ ਤੋਂ। ਜਿਹੜਾ ਬੰਦਾ ਲੱਤ ਕੱਢ ਕੇ ਖਲੋ ਜੇ, ਤੁਹਾਡੀ ਕੌਮ ਈਸਾਈਅਤ ਵੱਲ ਜਾਣਾ ਚਾਹੁੰਦੀ ਹੋਵੇ ਤਾਂ ਮੋੜ ਕੇ ਫਿਰ ਸਿੱਖੀ ਵੱਲ ਲੈ ਆਏ। ਤੁਹਾਡੀ ਕੌਮ ਦਾ ਮੂੰਹ ਮੱਥਾ ਸਵਾਰੇ, ਬੇਦੀਆਂ ਦੇ ਲੱਗੇ ਹੋਏ ਗਿੱਦੇਲੇ ਜਿਹੜੇ ਦਰਬਾਰ ਸਾਹਿਬ ਦੇ ਸਰੋਵਰ 'ਚ ਮਾਰੇ, ਮੂਰਤੀਆਂ ਝੁਕਾ ਕੇ ਤੁਹਾਨੂੰ ਇੱਕ ਨਿਆਰੇਪਨ ਦੀ ਸੋਚ ਪ੍ਰਦਾਨ ਕਰੇ। ਗੁਰੂ ਪੰਥ ਦੀ ਗੱਲ ਕਰਦਾ ਹੋਵੇ, ਗੁਰੂ ਗ੍ਰੰਥ ਦੀ ਗੱਲ ਕਰਦਾ ਹੋਵੇ, ਉਹਨੂੰ ਅਗਲੇ ਨੇ ਪੰਥ ਤੋਂ ਛੇਕਿਆ 1895 ਦੇ ਵਿੱਚ, ਪੂਰੇ 100 ਸਾਲ ਬਾਅਦ, ਪੂਰਾ 100 ਸਾਲ। 1995 ਦੇ ਵਿੱਚ ਨਾਲੇ ਤੇ ਉਹਦੇ ਤੋਂ ਮਾਫੀ ਮੰਗੀ, ਨਾਲੇ ਉਹਦੀਆਂ ਗੱਲਾਂ ਨੂੰ ਫਿਰ ਇੰਪਲੀਮੈਂਟ ਕੀਤਾ। ਹੁਣ ਸੋਚੋ ਕਿ ਉਹ ਬੰਦਾ 100 ਸਾਲ ਅੱਗੇ ਸੋਚ ਰਿਹਾ ਸੀ ਤੇ ਅਸੀਂ 100 ਸਾਲ ਉਹ ਤੋਂ ਪਿੱਛੇ ਸੋਚ ਰਹੇ ਸੀ। ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹੀਦੀ ਹੋਈ ਤੇ ਸਤਿਗੁਰੂ ਨੇ ਤਿੰਨੇ ਲੈਵਲਾਂ ਨੂੰ ਪਾਰ ਕਰਕੇ ਲਾਲਚ, ਡਰਾਵੇ ਤੇ ਤਸੀਹੇ ਤੇ ਮਹਾਰਾਜ ਸ਼ਹੀਦੀ ਦੇ ਮੁਕਾਮ ਤੇ ਪਹੁੰਚੇ। ਇਸੇ ਕਰਕੇ ਉਹਨਾਂ ਦੇ ਲਈ ਇੱਕ ਬੋਲ ਪ੍ਰਚਲਿਤ ਹੋਇਆ, ਪ੍ਰਗਟ ਭਏ ਗੁਰੂ ਤੇਗ ਬਹਾਦਰ ਸਗਲ ਸ੍ਰੇਸ਼ਟ ਵੈ ਟਾਕੀ ਚਾਤਰ। ਪ੍ਰਗਟ ਭਏ ਗੁਰੂ ਤੇਗ ਬਹਾਦਰ ਦੇ, ਅਸੀਂ ਉਹਨੂੰ ਕਹਿੰਦੇ ਹਿੰਦ ਦੀ ਚਾਦਰ। ਉਹ ਹਿੰਦ ਦੀ ਚਾਦਰ ਨਹੀਂ ਹੈਗੀ, ਉਹ ਸਾਰਿਆਂ ਦੀ ਚਾਦਰ ਹੈਗੀ ਆ।
वो किसी एक मजहब की नहीं। हाँ, जे यही जुल्म एक हिंदू बादशाह वालों मुसलमान ते कीता जांदा हुंदा, सिखां ते कीता जांदा, फारसियां बोधियां ते ईसाइयां ते कीता जांदा, फिर महाराज उन्हां दी हैल्प भी करदे। सारिਆਂ ਦੀ ਇੱਕ बराबर आ। जुल्म कल्ले मुसलमानां ने दूजिਆਂ ते नहीं कीता, दूजे भी कर सकते हैं। तो सतगुर दे कोल जिहड़ा भी शरण विच आया ना, सतगुर ने बांह फड़ी। सतगुर कहंदे कि ना मैं उन्हां दे हक विच ना तुहाडे हक विच, गल जुल्म दी है। जुल्म ना असीं बर्दाश्त करदे हां ते ना किसी नूं करन दिंदे हां। लड़ाई जिहड़ी सी सिर्फ जुल्म दी सी उस वेले। फिर गुरु अर्जन देव जी महाराज ने गुरु दे गुणां दा ते नाम दे गुणां दा जिक्र करदिआं आखिआ कि नाम निधान अपार भगतां मन वसे, जन्म मरण दुख साधु संग नसे। ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ, ਸੋਭਤ ਵਿੱਚ, ਨੇੜਤਾ ਵਿੱਚ ਆ ਜਾਂਦੇ ਨੇ, ਫਿਰ ਮਹਾਰਾਜ ਕਹਿੰਦੇ ਨੇ ਫਿਰ ਪਰਮੇਸ਼ਰ ਦੇ ਗੁਣ ਸਾਡੇ ਜੰਮਣ ਅਤੇ ਮਰਨ ਦੇ ਦੁੱਖਾਂ ਤੋਂ ਸਾਨੂੰ ਮੁਕਤੀ ਪ੍ਰਦਾਨ ਕਰਦੇ ਆ, ਸਾਨੂੰ ਨਿਜਾਤ ਦਵਾ ਦਿੰਦੇ ਆ। ਸ਼ਬਦ ਦੇ ਪਹਿਲੇ ਬੰਦ ਵਿੱਚ ਸਤਿਗੁਰ ਨੇ ਆਖਿਆ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਛੀਆਂ। ਪਰਮੇਸ਼ਰ ਦੇ ਨਾਮ ਨੂੰ ਛੱਡ ਕੇ वेदां पुराणां ते सिमरतियां दी विचार करनी, ये होछियां गल्लां ते कूड़ गल्लां ते झूठियां गल्लां। नाम दी बराबरी कोई चीज़ नहीं कर सकती। बाबा नामदेव साहब ने आख्या अपनी बाणी दे विच, जिथे वो कहंदे ने हसदान गजदान सेजा नारी भूमदान, ऐसो दान नित नित कीजे, आत्म जो नरमायल कीजे, आप बराबर कंचन दीजे, राम नाम सर तऊ ना पूजे। इस करके छोड़ रे मन कपट ना कीजे, पखंडी मन कपट न कीजिए, हर का नाम नित नित लीजिए। तू सोना दान कर, गऊ कान कर, बंदियां जग करा, हवन कर, गुणां दी बराबरी कोई नहीं कर सकता। जे मेरे च क्वालिटी नहीं हैगी, मैं जिन्ने धर्म कर्म करी जावां की फर्क पैंदा, गुणां दी बराबरी नहीं हो सकती। गल गुरबाणी ने हर वेले तत्त दी, चंगियाइयां दी ते क्वालिटी दी कीती। ते सतगुर सच्चे पातशाह जी दूजे बंद विच कहंदे ने, मोह बाद हंकार सर पर रुन्निया, सुख न पाए मूल नाम विछुन्निया। परमेशरी गुणां नूं छड्ड के जिहड़े बंदे मोह कहंदे ने माड़े बंदे दी अटैचमेंट, यानी कि किसी नाल कीता होया इन्ना प्यार कि मैं किसी लई गलती करन लई मजबूर हो सकदा। मैं अपने बच्चे नाल स्नेह करदा, माड़ी गल नहीं हैगी, पर इन्ना स्नेह करदा कि उहदी हर जायज़ ते नजायज़ मंग नूं पूरा करन वास्ते मैं जायज़ ते नजायज़ काम भी कर सकदा। ये मोह आ, ये मैनूं किराए पाउंदा। प्यार है, मैं उहदी लोड़ पूरी करदा, पर जिथे वो गलत होवे मैं थप्पड़ भी मारदा। पर मेरा बच्चा गलती करे, वो किसी दी चीज़ करे, मैं हलाशारी दे के आखां शाबाश पुत्रा बड़ा सोहना काम कीता, ये मोह आ। मैं आप भी किराए पै रहा तो मैं अपने बच्चे नूं भी गलत रास्ते तोड़ रहा। इनू आख्या माड़े बंदे दी अटैचमेंट मोह। वाद कहंदे ने झगड़ा, गुरबाणी कहंदी है वाद विवाद काहू सो ना कीजे। लड़ाई झगड़ा किसी नाल नहीं करना, गुणां दी विचार करनी, गुरु दे गुणां दी विचार। हंकार दा मतलब ईगो, भी मैं परमेश्वर दे नालों कोई वक्री हस्ती हाँ। बंदिया जदों तेरे च गुण नहीं ना होए, तिन्ने चीज़ां तैनूं किराए पाउणगियां। सुख न पाएन मूल, एक मासा रत्ती भर भी सुख तेरे जीवन में पैदा नहीं हो सकता, तो तू हर वेले दुखी होवेगा, परेशान होवेगा तो खिजदा रहेगा। तो साहिब ने आख्या मेरी मेरी धार बंधन बंधिया, नरक सुरगे अवतार माया धंधिया। इत्थे डॉक्टर साहब सिंह ने नरक का अर्थ किया दुख, तो स्वर्ग का अर्थ किया सुख। नरक की है, जे मैं अपने जीवन दे विच दुखी हाँ ना, मैं नरक भोग रहा, वो सारा नरक आ मेरे वास्ते। जे मेरे बच्चे मेरा कहना नहीं मानते, मेरे मुताबिक नहीं चलते, मेरा परिवार मेरी गल सुनने को तैयार नहीं है, मैं खिजदा रहना, घर च लड़ाई झगड़ा तो कलेश आ, ये नरक ही है, होर की है। बंदा हर वेले अपसैट आ, ये नरक आ। होर किहड़े नरक की गल करना। जे अपने परिवार दे विच बड़ी खुशी नाल आपां जी रहे हैं ना, इस तों वड्डा स्वर्ग कोई नहीं है। साहिब ने आख्या कि मेरी मेरी धार बंधन, हर चीज़ मिलनों मिल जाए, हर बंदा इस बंधन च वज्झा होया। ये बहुत वड्डा बंधन है जिहड़ा सानूं किराए पाउंदा। साहिब कहंदा यही कोई सोचदा मैं कि हर चीज़ मैनूं, ਜਦੋਂ मैं सोचदा ना हर चीज़ मेरी है तो मैनूं मिल जाए, मैं उन्होंने प्राप्त करने वास्ते उस चीज़ नूं कोई गलत कदम भी चुक सकदा। ਜਦੋਂ मैं ये समझदा कि कबीर मेरा मुझ में कछ नहीं, जो कुछ है सो तेरा, तेरा तुझको सौंपते क्या लागे मेरा।
फिर आ रहा काम, भाएं चीज़ जा रही है, फिर की फर्क पैंदा जो मेरी है ही नहीं है। मिल जे तां भी ठीक आ, नहीं मिलेगी तां भी ठीक आ, क्योंकि मेरी है ही नहीं सी। मेरी मेरी धार बंधन बंधिया, साहिब ने आख्या नरक सुरगे अवतार माया धंधिया। माया दे धंधिया दे विच खचत हो के तू दुख भी भोगेगा ते माया दे धंधिया तो निकल के तू सुखी भी हो सकदा। दोवें चीज़ां। सोधत सोधत सोध तत विचारिया। सोध मतलब किसी चीज़ विच सोध करनी। कहण दा भाव है कि खोज करदियां करदियां, निचोड़ कढ़दियां इस नतीजे ते जाके इस सिट्टे ते आपां पहुँचे हां, नाम बिना सुख नाहीं सर पर हारिया। परमेश्वर दे गुणां तो बिना बंदा सुखी नहीं हो सकदा कदी भी। वो अपने जीवन की बाजी नूं हार के चला जाऊगा, वो सुखी नहीं हो सकदा। वो अपने जीवन की बाजी जिहड़ी है ना, जीवन की बाजी की है, मैं अवगुणां दे बदले गुणां नूं हार रहा। लोग जुआ खेडदे हैं, हारदे हैं सारा कुछ। हारन वालियां ने अपनियां इज्जतां भी जुए च हारियां, सारा कुछ। दौलत भी हारी, घर परिवार, जमीन जायदाद ते अखीर इज्जत ते गल आई। उन्हें आख्या कि चलो ये भी तुसीं लै लो। इसे तरीके नाल जदों असीं जीवन का जुआ खेडदे हैं ना, गुणां दे बदले अवगुणां दा सौदा कर लैंदे हैं। अवगुण खरीद लेंदे हैं ते गुण छड्ड दिंदे हैं। इनू आख्या जीवन की बाजी हार जाना। एक तुछ जी चीज़ बदले बंदा शराब की बोतल बदले अपनियां किडनियां खराब कर लेंदा। ये हारना ही तो है सारा कुछ। इन्नी भी कादी अटैक्शन सी कि इन्ना गुलाम हो गया कि उस तो बिना फिर जी नहीं सकता। मैनूं डॉक्टर ने भी आख्या कि जे हुण पीती है ना तेरी मौत निश्चित आ। बंदे ने आख्या मरना पसंद आ पर मैं छड्ड नहीं सकता, हार गया। चीज़ सामने सी, बंदा हार गया। नशे दे करके असीं अपने परिवार तबाह कर लए, ये हारना ही आ सारा कुछ। इनू आख्या ना बिना सुख ना ही सर पर हारिया। तू जीवन की बाजी हार के जाएगा। आहे जाहे अनेक मर मर जन्म ते बिन बुझे सब्बा जोनी भरम ते। जमना ते मरना लगातार बनया होया। लोग संसार दे विच आ भी रहे आ, जा भी रहे आ, पर जिन्हां दे जीवन विच गुण नहीं हैगे ਉਹ ਭਟਕਣਾ ਵਿੱਚ ਹੀ ਪਏ ਰਹਿਣਗੇ, ਗੁੰਮਰਾਹ ਹੀ ਹੋਏ ਰਹਿਣਗੇ ਹਮੇਸ਼ਾ। ਉਹਨਾਂ ਨੂੰ ਜੀਵਨ ਜੀਣ ਦੀ ਕਲਾ ਨਹੀਂ ਆ ਸਕਦੀ। ਅੱਗੇ ਆਖਿਆ ਜਿਨ ਕੋ ਭਏ ਦਿਆਲ ਸਾਧੂ ਸੰਗ ਪਿਆ। ਜਿਨ੍ਹਾਂ 'ਤੇ ਪਰਮੇਸ਼ਰ ਦੀ ਕਿਰਪਾ ਹੋ ਗਈ ਉਹ ਗੁਰੂ ਦੀ ਸੰਗਤ ਵਿੱਚ ਆਣ ਕੇ ਬਹਿੰਦੇ ਆ। ਗੁਰੂ ਦੀ ਸੰਗਤ ਮਤਲਬ ਆਪਣੀ ਸੁਰਤ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਕੇ ਰੱਖਣਾ, ਇਹ ਸੰਗਤ ਆ। ਅਤੇ ਇਹ ਸੰਗਤ ਮੈਂ ਦੁਕਾਨ 'ਤੇ ਬਹਿ ਕੇ ਵੀ ਕਰ ਸਕਦਾ, ਖੇਤ ਵਿੱਚ ਬਹਿ ਕੇ ਵੀ ਕਰ ਸਕਦਾ ਅਤੇ ਗੁਰਦੁਆਰੇ ਵਿੱਚ ਬਹਿ ਕੇ ਵੀ ਕਰ ਸਕਦਾ। मेरी सुरत जे शब्द नाल जुड़ी है ना, मैं बाणी का कोई शब्द विचार रहा, मैं मोबाइल फोन तो कढ़ के मैं पढ़ रहा भी इसदा अर्थ की है, मैं संगत कर रहा। मैं किसी बंदे नाल धर्म के नुकते की विचार जरूर नहीं बाणी, कौम के बारे नेक काम के बारे विचार करदा ना, वो संगत ही है। संगत की है? विचारां दा मेल जोल, विचारां दा आन प्रदान। मैं किसी नूं विचार दे रहा, किसी के विचार ग्रहण कर रहा, ये संगत आ। साहिब ने आख्या जिनको भय दयाल ते साधु संग पिया, अमृत हर का नाम तिनी जनी जप लिया। उन्होंने गुरु परमेश्वर का जिहड़ा नाम सी, वो आत्मिक जीवन देण वाला नाम सी, उन्होंने जप लिया, दृढ़ कर लिया। किन्ने लोग ने जिहड़े तरले लै रहे ने रब का अंत लभण वास्ते। महाराज ने आख्या कि अंत कारण किते बिल लाहे ताकि अंत न पाए जाहे। बहुत जाने लभ रहे ने। सतगुरु कहते ने जिस बुझाए आप नेड़ा तिस ही। जिस बुझाए का मतलब आ जिहदे अंदर उहदा एहसास पैदा हो जाए ना, जुबानी लभना होर गल आ कि मैं रब का अंत जिहड़ा वो लभ लिया, पर साडे दावे दसदे आ कि असीं रब का जिहड़ा अंत आ ना उहनूं लभण तुर पे आ। जिहड़ा दावे नहीं ना करदा गुरमेर संग सदा है नाले, यह बुझा देना। सचमुच ही उस बंदे ने समझ लिया कि रब मेरे बहुत नेड़े आ, मेरे बहुत क्लोज आ। कह रविदास हाथ पनेरे सहजे होए सोए, रब जिहड़ा हाथ तो भी नेड़े आ। जिस बुझाए आप नेड़ा तिस है। इस करके जदों पता ना संसार दे विच वेद पुराण सिमरतियां शास्त्र वो एक बन्ने आ, रब दे गुण एक बन्ने आ, फिर की मंगना चाहिए? विसर नहीं दातार अपना नाम देहो, गुण गावां दिन रात नानक चाओ हो। एक तो तेरे गुण चाहिए आ, दूजा चाह चाहिए।
ਤਾਂ ਕਿ ਗੁਣ ਤੇ ਚਿੱਤੇ ਕਰਾਂ ਤੇਰੀ ਬਾਣੀ ਤੋਂ ਪੜਾਂ, ਪਰ ਪੜਾਂ ਚਾਅ ਦੇ ਨਾਲ। ਬੱਧਾ ਝੱਟੀ ਨਾ ਭਰਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਾਵਨ ਮੁੱਖ ਵਾਕ ਦੇ ਰਾਹੀਂ ਜੋ ਬਖਸ਼ਿਸ਼ ਸਾਡੇ ਤੇ ਕੀਤੀ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਅਸੀਂ ਬਾਣੀ ਦੇ ਮੁਤਾਬਕ ਆਪਣੇ ਜੀਵਨ ਨੂੰ ਸੋਹਣੇ ਤਰੀਕੇ ਦੇ ਨਾਲ ਬਤੀਤ ਕਰ ਸਕੀਏ। ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਵਿਚਾਰ ਕਰਦੇ ਹਾਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਹੋਇਆਂ ਸਾਹਿਬ ਜੀ ਦੇ ਪਾਵਨ ਇਤਿਹਾਸ ਨੂੰ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਖਿਮਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣਯੋਗ ਹਨ, ਬਖਸ਼ ਲੈਣਗੇ। ਸਭਨਾਂ ਦਾ ਧੰਨਵਾਦ। ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਕੋਟ ਕੋਟ ਵਧਾਈਆਂ। ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।